ਵਾਹਿਗੁਰੂ 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 ਵਾਹਿਗੁਰੂ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ पावन पवित्र खजूरी अंदर शोभायमान
ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਨ ਹੋ ਕਰ ਜੋ ਅੰਮ੍ਰਿਤ ਸ਼ਬਦ ਅਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਸ ਅੰਮ੍ਰਿਤ ਬਚਨ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਜੀ ਦਾ ਜੋ ਬਿਰਦ ਹੈ, ਜੋ ਉਹਨਾਂ ਦਾ ਆਪਣਾ ਸੁਭਾਅ ਹੈ, ਇੱਕ ਤਾਂ ਉਸ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅੱਜ ਦਾ ਇਹ ਅੰਮ੍ਰਿਤ ਬਚਨ ਸੋਰਠ ਰਾਗ ਦੇ ਅੰਦਰ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਜ਼ਿਆਦਾ ਰਚਨਾ ਬਾਣੀ ਹੈ, ਤੇ ਉਹਨਾਂ ਦੇ ਸੰਬੰਧ ਵਿੱਚ ਅਸੀਂ ਇਹ ਸ਼ਬਦ ਵੀ ਕਹਿੰਦੇ ਹਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਬੋਹਿਤ ਨੇ, ਬਾਣੀ ਦੇ ਜਹਾਜ਼ ਨੇ। ਪੰਜਵੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਨੇ। ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ, ਔਰ ਉਹਨਾਂ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ। ਜਿਵੇਂ ਅਸੀਂ ਭੱਟ ਸਾਹਿਬਾਨ ਜੀ ਦੇ ਬਚਨ ਪੜ੍ਹਦੇ ਹਾਂ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਭੱਟ ਜੀ ਨੇ ਬਚਨ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਆਪ ਜੀ ਨੇ ਆਪਣੇ ਜਨਮ ਤੋਂ ਹੀ ਬ੍ਰਹਮ ਨੂੰ ਪਹਿਚਾਣਿਆ ਹੈ। ਦੂਸਰਾ ਬਚਨ ਇੱਕ ਹੋਰ ਭੱਟ ਜੀ ਕਰਦੇ ਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਭਗਤ ਰੂਪ ਵਿੱਚ ਪ੍ਰਗਟ ਹੋਏ ਆ। ਉਹਨਾਂ ਦੇ ਬਚਨ ਨੇ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਜਿੱਥੇ ਸ਼ਬਦ ਕਹੇ ਨੇ ਤੈ ਗੁਰਮਤ, ਤੁਸੀਂ ਜਨਮ ਤੋਂ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਉਥੇ ਜਨਮ ਤੋਂ ਹੀ ਸ਼ਬਦ ਵਰਦੇ ਨੇ ਕਿ ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਕਿ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਗੁਰੂ ਅਰਜਨ ਦੇ ਮਹਾਰਾਜ ਪਰਮਾਤਮਾ ਦਾ ਭਗਤ ਉਹ ਆਇਆ ਹੈ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਥੋੜੀ ਜਿਹੀ ਸਿਰ ਮੈਂ ਬੇਨਤੀ ਕਰਨੀ ਚਾਹਨਾ ਆਰੰਭ ਵਿੱਚ ਕਿ ਦੇਖੋ ਉਹਨਾਂ ਹਜ਼ੂਰ ਦਾ ਆਗਮਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਕਿਉਂਕਿ ਉਹਨਾਂ ਨੇ ਬੜੀਆਂ ਸਾਡੇ ਤੇ ਬਖਸ਼ਾਂ ਕੀਤੀਆਂ। ਉਸ ਜਦੋਂ ਹਜ਼ੂਰ ਦਾ ਆਗਮਨ ਹੋਇਆ ਪੰਜਵੇਂ ਸਤਿਗੁਰਾਂ ਦਾ, ਉਸ ਵੇਲੇ ਗੁਰਤਾ ਗੱਦੀ ਦੇ ਉੱਪਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੁਭਾਏਮਾਨ ਨੇ।
ਤੇ ਤਾਂ ਮੈਂ ਬੇਨਤੀ ਕੀਤੀ, ਜੇ ਭੱਟ ਜੀ ਕਹਿੰਦੇ ਨੇ ਜਨਮ ਤੋਂ ਹੀ ਗੁਰਮਤਿ ਬ੍ਰਹਮ ਨੂੰ ਪਛਾਣਿਆ, ਜਨਮ ਤੋਂ ਹੀ ਭਗਤ ਰੂਪ ਅਵਤਾਰ ਹੋਏ, ਉਹਦੇ ਵਿੱਚ ਸਾਨੂੰ ਇੱਕ ਇਤਿਹਾਸਕ ਸਾਖੀ ਜਿਹੜੀ ਹੈ, ਜਿਹੜੀ ਆਪ ਸਾਰੇ ਕਹਿੰਦੇ ਹੋ, ਸੁਣਦੇ ਹੋ, ਪ੍ਰਚਾਰਕ ਵੀਰ ਸਾਰੇ ਸੁਣਾਉਂਦੇ ਨੇ, ਕਿ ਗੁਰੂ ਅਰਜੁਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਖੇਡਦੇ ਪਏ ਨੇ ਬਾਲ ਉਮਰ ਵਿੱਚ, ਤੇ ਹਾਲਾਂਕਿ ਉਹਨਾਂ ਤੋਂ ਵੱਡੇ ਦੋ ਭਾਈ ਹੋਰ ਨੇ ਉਹਨਾਂ ਦੇ। ਗੁਰੂ ਰਾਮਦਾਸ ਜੀ ਦੇ ਸਭ ਤੋਂ ਵੱਡੇ ਬੇਟੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ, ਤੇ ਸਭ ਤੋਂ ਛੋਟੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ। ਹੁਣ ਕੁਦਰਤੀ ਤੌਰ ਤੇ ਮਨ 'ਚ ਆਏਗਾ ਕਿ ਗੁਰੂ ਅਮਰਦਾਸ ਜੀ ਦੇ ਵਿਹੜੇ ਵਿੱਚ ਗੁਰੂ ਅਰਜੁਨ ਦੇਵ ਤੋਂ ਪਹਿਲਾਂ ਗੁਰੂ ਰਾਮਦਾਸ ਬੀਬੀ ਭਾਨੀ ਜੀ ਦੇ ਦੋ ਬੇਟੇ ਵਿਹੜੇ ਵਿੱਚ ਖੇਡਦੇ ਨੇ। ਪਰ ਗੁਰਮੁਖੋ, ਆਖਰ ਪ੍ਰਿਥੀ ਚੰਦ ਵੀ ਤਾਂ ਗੁਰੂ ਅਮਰਦਾਸ ਦੀ ਨਜ਼ਰ ਵਿੱਚੋਂ ਲੰਘਿਆ ਹੈ, ਬਾਬਾ ਮਹਾਦੇਵ ਜੀ ਵੀ ਉਹਨਾਂ ਸਾਹਮਣੇ ਨੇ। ਪਰ ਜਦੋਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਰਿੜਦੇ ਹੋਏ ਨਾਨਾ ਗੁਰਦੇਵ ਦੇ ਪਲੰਗ ਨੂੰ ਹੱਥ ਪਾਉਂਦੇ ਨੇ ਤੇ ਉਹ ਪਲੰਗ ਖਿਲਦਾ ਹੈ, ਤੇ ਬੰਸਾਵਲੀ ਨਾਮੇ 'ਚ ਕੇਸਰ ਸਿੰਘ ਛਿੱਬਰ ਲਿਖਦਾ ਹੈ ਕਿ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ, ਇਹ ਕੌਣ ਹੈ ਪੁਰਖ ਭਾਰੀ, ਜਿਨਨੇ ਮੰਜੀ ਸਾਡੀ ਹਿਲਾਈ ਸਾਰੀ। ਇਹ ਕੌਣ ਮਹਾਂਪੁਰਖ ਹੈ ਜਿਨਨੇ ਸਾਡੀ ਮੰਜੀ ਨੂੰ ਹਿਲਾਇਆ ਹੈ। ਤੇ ਅੱਗੇ ਸਨਮਾਨਯੋਗ ਬੀਬੀ ਭਾਨੀ ਜੀ ਪਿਤਾ ਜੀ ਦੀ ਆਵਾਜ਼ ਸੁਣ ਕੇ ਕਹਿੰਦੇ ਨੇ, ਪਿਤਾ ਜੀ ਇਹ ਛੋਟਾ ਦੋਹਤਾ ਜੇ ਦੋਹਤਾ। ਤੇ ਮੈਂ ਫਿਰ ਤਾਂ ਇਹ ਬੇਨਤੀ ਕੀਤੀ ਵੀ ਦੋਤਰੇ ਤਾਂ ਬਾਬਾ ਪ੍ਰਿਥੀ ਚੰਦ ਵੀ ਨੇ, ਦੋਹਤਾ ਤਾਂ ਬਾਬਾ ਮਹਾਦੇਵ ਜੀ ਹੈ। ਹਾਲੇ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਨੇ, ਗੁਰੂ ਰਾਮਦਾਸ ਜੀ ਨੇ ਗੁਰਦਾ ਗੱਦੀ ਤੇ ਅਸੀਨ ਹੋਣਾ ਹੈ। ਜਦੋਂ ਕਿਹਾ ਜੀ ਪਿਤਾ ਜੀ ਇਹ ਦੋਹਤਾ ਹੈ ਦੋਹਤਾ, ਤੇ ਮਹਾਰਾਜ ਜੀ ਨੇ ਗੋਦ ਵਿੱਚ ਲੈ ਕੇ ਕਿਹਾ, ਇਹ ਕੇਵਲ ਦੋਹਤਾ ਨਹੀਂ, ਇਹ ਬਾਣੀ ਕਾ ਬੋਹਤਾ ਹੈ। ਹੁਣ ਦੋਤਰੇ ਦੋ ਪ੍ਰਿਥੀ ਚੰਦ ਦੇ ਮਹਾਦੇਵ ਵੀ ਨੇ। ਗੁਰੂ ਅਰਜੁਨ ਦੇਵ ਜੀ ਨੂੰ ਰਿੜਦਿਆਂ ਹੋਇਆਂ ਜੇ ਬਾਲ ਵਰੇਸ਼ ਵਿੱਚ ਇਹ ਕਹਿ ਦੇਣਾ ਦੋਹਤਾ ਬਾਣੀ ਕਾ ਬੋਹਤਾ, ਇਹ ਗੱਲਾਂ ਸੰਕੇਤ ਕਰ ਦਿੰਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਭੱਟ ਸਾਹਿਬਾਨ ਨੇ ਬਾਅਦ ਵਿੱਚ ਲਿਖਿਆ, ਇਹ ਬਚਪਨ ਤੋਂ ਬ੍ਰਹਮ ਗਿਆਨੀ, ਬਚਪਨ ਤੋਂ ਭਗਤ ਉਤਰ ਆਏ। ਉਹਨਾਂ ਨੇ ਕੀ ਸਾਡੇ ਤੇ ਬਖਸ਼ਿਸ਼ ਕੀਤੀ। ਤਕਰੀਬਨ 43 ਸਾਲ ਦੀ ਉਮਰ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਬਤੀਤ ਕੀਤੀ। ਚਲੋ ਮੈਂ ਸ਼ਬਦ ਵਰਤਣਾ ਪਿਆ ਸਿਰਫ ਕਥਾ ਵਾਲੇ, ਉਂਝ ਸੱਚ ਇਹ ਵੇ ਕਿ ਗੁਰੂ ਤੇ ਉਮਰ ਦਾ ਸਾਲਾਂ ਨੂੰ ਕੀ ਅਸੀਂ ਲਾਗੂ ਕਰਾਂਗੇ। 43 ਸਾਲ ਦੇ ਕਰੀਬ, ਤੇ 43 ਸਾਲਾਂ ਵਿੱਚੋਂ 18 ਸਾਲ ਦੇ ਸਨ ਗੁਰੂ ਅਰਜੁਨ ਦੇਵ ਜਿੱਦਣ ਗੁਰਤਾ ਗੱਦੀ ਤੇ ਅਸੀਨ ਹੋਏ, ਤੇ 25 ਸਾਲ ਦੇ ਕਰੀਬ 25 ਸਾਲ ਦੇ ਕਰੀਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਗੁਰਤਾ ਗੱਦੀ ਉੱਪਰ ਇਹ ਸਾਡੇ ਤੇ ਰਹਿਮਤਾਂ ਕਰਦੇ ਰਹੇ, ਅਸੀਨ ਰਹੇ। ਤਾਂ ਮੈਂ ਬੇਨਤੀ ਕਰ ਲੱਗਾ, ਜਿੱਥੇ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਸਿਫਤਾਂ ਨੇ, ਯਾਦ ਰੱਖਿਓ ਇਸ ਧਰਤੀ ਨੂੰ ਗੁਰੂ ਅਰਜੁਨ ਦੇਵ ਨੇ ਵੀ ਬਹੁਤ ਬਖਸ਼ਿਸ਼ਾਂ ਨਾਲ ਨਿਵਾਜਿਆ ਹੈ। ਅੰਮ੍ਰਿਤ ਸਰੋਵਰ ਪੂਰਨ ਕੀਤਾ ਧੰਨ ਗੁਰੂ ਰਾਮਦਾਸ ਜੀ ਨੇ। ਤੇ ਸ਼੍ਰੀ ਹਰਿਮੰਦਰ ਸਾਹਿਬ ਜਿੱਥੇ ਆਪਾਂ ਮੱਥਾ ਟੇਕਨੇ ਆ, ਸਾਰੇ ਆਪਾਂ ਹਾਜ਼ਰੀ ਭਰਨੇ ਆ। ਤੇ ਰਾਤ ਵੀ ਮੈਂ ਇਹ ਬੇਨਤੀ ਕੀਤੀ ਸੀ, ਕਥਾ ਕਰਦਿਆਂ ਬਸੰਤ ਐਵੀਨਿਊ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰੋਗਰਾਮ ਸੀ, ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਮੈਂ ਅਰਜ਼ ਕੀਤੀ ਸੀ ਵੀ ਬੜੀ ਵਾਰੀ ਕਿਹਾ ਕਿ ਅਸੀਂ ਇਸ ਲਫ਼ਜ਼ ਨੂੰ ਬੋਲਣ ਤੋਂ ਸੰਕੋਚ ਕਰੀਏ, ਕਿਉਂਕਿ ਅਸੀਂ ਸਾਰੇ ਸ਼ਬਦ ਗੋਲਡਨ ਟੈਂਪਲ ਕਹਿੰਦੇ ਆ। ਜੇ ਇਹਦੇ ਆਖਰੀ ਅਰਥ ਕਰਾਂਗੇ ਤੇ ਸੁਨਹਿਰੀ ਮੰਦਰ ਹੀ ਹੈ ਨਾ ਜੀ, ਸੋਨੇ ਦਾ ਮੰਦਰ। ਪਰ ਸੋਨੇ ਦਾ ਮੰਦਰ ਸ਼ਬਦ ਠੀਕ ਹੈ ਕਿ ਕਿਸੇ ਨੂੰ ਹੋ ਸਕਦਾ ਇਹ ਗੱਲ ਚੰਗੀ ਵੀ ਨਾ ਲੱਗੇ। ਸੁਨਹਿਰੀ ਮੰਦਰ ਪਦਾਰਥ ਦੀ ਹੀ ਵਿਆਖਿਆ ਕਰਦਾ ਹੈ, ਪਰ ਹਰਮੰਦਰ ਸ਼ਬਦ ਜਿਹੜਾ ਉਹ ਪਰਮਾਰਥ ਦੀ ਵਿਆਖਿਆ ਕਰਦਾ ਹੈ। ਮਹਾਰਾਜ ਜੀ ਨੇ ਨਾਮ ਹਰਮੰਦਰ ਦਿੱਤਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਤੁਕ ਹੈ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਖਰੀ ਪਰਮਾਤਮਾ ਨੂੰ ਜਪਣ ਵਾਸਤੇ
ਇਹ ਖਰੀ ਮੰਦਰ ਸਿਰਜ ਦਿੱਤਾ ਗਿਆ, ਸਾਜ ਦਿੱਤਾ ਗਿਆ ਤੇ ਸਦਾ ਲਈ ਜੁਗੋ ਜੁਗ ਅਟਲ ਇਸ ਮੰਦਰ ਵਿੱਚ, ਇਸ ਖਰੀ ਮੰਦਰ ਵਿੱਚ ਸੰਤ ਭਗਤ ਗੁਰਮੁਖ ਪਿਆਰੇ ਉਸ ਖਰੀ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੇ ਰਹਿਣਗੇ। ਤੇ ਸੱਚ ਹੈ, ਤੁਸੀਂ ਦੇਖੋ ਆਪ ਜੀ ਆਉਂਦੇ ਹੋ, ਆਉਣ ਵਾਲੇ ਦਿਨਾਂ 'ਚ ਵੈਸੇ ਅਸੀਂ ਗੱਲ ਕਰਾਂਗੇ ਦੀ ਹੋਰ ਵੀ, 24 ਘੰਟੇ 8 ਪਹਿਰ ਸੱਚ ਐਵੇਂ ਇਸ ਅਸਥਾਨ ਤੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਚੱਲੀ ਜਾਂਦਾ ਹੈ। 8 ਪਹਿਰ 24 ਘੰਟੇ ਮੈਂ ਸ਼ਬਦ ਵਰਤੇ। ਇੱਕ ਤਾਂ ਜਿਹੜੀ ਮਰਿਆਦਤ ਹੈ ਹਰਮੰਦਰ ਸਾਹਿਬ ਦੀ ਮਰਿਆਦਾ, ਸਰਦੀਆਂ ਔਰ ਗਰਮੀਆਂ ਦੇ ਨਾਲ ਪ੍ਰਕਾਸ਼ ਦਾ ਸਮਾਂ ਤਬਦੀਲ ਹੁੰਦਾ, ਜਿਵੇਂ ਅੱਜ ਤਬਦੀਲ ਕੀਤਾ ਗਿਆ। ਉਸ ਤੋਂ ਇਲਾਵਾ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸੁਖ ਆਸਨ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਆਪ ਜੀ ਦੇਖੋ, ਚਲੋ ਹੁਣ ਤਾਂ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਆ, ਚੱਲ ਤਾਂ ਬਾਣੀ ਦਾ ਪ੍ਰਵਾਹ ਰਿਹਾ ਹੈ ਨਾ। ਆਪ ਜੀ ਹਰਮੰਦਰ ਦੇ ਰਾਤ ਨੂੰ ਪਰਕਰਮਾ ਵੀ ਜਦੋਂ ਪਰਕਰਮਾ ਕਰਦੇ ਹੋ, ਤੁਹਾਨੂੰ ਹਰ ਕੋਨੇ ਤੇ ਹਰ ਬਾਹੀ ਤੇ ਕੋਈ ਨਾ ਕੋਈ ਗੁਰਮੁਖ ਰੂ ਗੁਟਕਾ ਪਕੜ ਕੇ ਨੇਤਰ ਬੰਦ ਕਰਕੇ ਚੱਲਦਾ ਹੋਇਆ, ਜ਼ਬਾਨ ਤੋਂ ਬੋਲਦਾ ਹੋਇਆ ਤੁਹਾਨੂੰ ਗੁਰੂ ਦੀਆਂ ਸਿਫਤਾਂ ਕਰਦਾ ਹੋਇਆ ਜ਼ਰੂਰ ਮਿਲੇਗਾ, ਕਿਉਂਕਿ ਤੇ 8 ਪਹਿਰ ਉਸ ਪਰਮਾਤਮਾ ਦੀ ਕੀਰਤੀ ਹੈ। ਇਸ ਕਰਕੇ ਹਜ਼ੂਰ ਨੇ ਜਿਹੜੇ ਸ਼ਬਦ ਬਾਣੀ 'ਚ ਵਰਤੇ ਉਹ ਇਹ ਨੇ, ਖਰ ਜਪੇ ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਇਹ ਹਰਮੰਦਰ ਸਾਹਿਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਦੇਣ ਹੈ। ਹਾਲਾਂਕਿ ਮਰਜ਼ ਕੀਤੀ ਸਰੋਵਰ ਹਜ਼ੂਰ ਗੁਰੂ ਰਾਮਦਾਸ ਜੀ ਨੇ ਪ੍ਰਗਟ ਕੀਤਾ, ਇਹਨੂੰ ਪੂਰੀਆਂ ਕੀਤਾ। ਹਰਮੰਦਰ ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਮਿਹਰ ਕੀਤੀ। ਆਪ ਜੀ ਰਾਮਸਰ ਦਰਸ਼ਨ ਕਰਦੇ ਹੋ, ਰਾਮਸਰ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਣਾਇਆ ਹੈ। ਸਾਧ ਸੰਗਤ ਜੀ, ਇਹ ਬੜੀ ਬਖਸ਼ਿਸ਼ ਕੀਤੀ। ਇੱਕ ਗੱਲ ਗੁਰੂ ਅਰਜੁਨ ਦੇਵ ਸਾਨੂੰ ਹੋਰ ਸਮੱਤ ਦੇ ਗਏ। ਉਹ ਸਮੱਤ ਇਹ ਦਿੱਤੀ ਕਿ ਹਰਮੰਦਰ ਸਾਹਿਬ ਦੀ ਉਸਾਰੀ ਪਹਿਲਾਂ ਹੋਈ ਹੈ। ਸ਼੍ਰੀ ਹਰਮੰਦਰ ਸਾਹਿਬ ਜੀ ਪਹਿਲਾਂ ਬਣੇ ਨੇ, ਨਿਰਮਾਣ ਹੋਇਆ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਅਦ ਵਿੱਚ ਕੀਤੀ ਗਈ ਹੈ। ਆਪਾਂ ਸਾਰੇ ਜਾਣਦੇ ਇਸ ਗੱਲ ਨੂੰ ਕਿ ਸ਼੍ਰੀ ਹਰਮੰਦਰ ਸਾਹਿਬ ਪਹਿਲਾਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪਾਦਨਾ ਬਾਅਦ ਵਿੱਚ ਕੀਤੀ ਗਈ। ਇਹ ਸਾਨੂੰ ਸਮਝਾ ਦਿੱਤਾ, ਸੁਮਤ ਦਿੱਤੀ ਕਿ ਕੇਵਲ ਇਹਨੂੰ ਕਾਗਜ਼ ਰੂਪ ਨਾ ਜਾਣਨਾ, ਕੇਵਲ ਇਹਨੂੰ ਬਾਹਰ ਮੁਖੀ ਗ੍ਰੰਥ ਰੂਪ ਨਾ ਜਾਣਨਾ। ਆਪ ਪੰਜਵੇਂ ਸਤਿਗੁਰੂ ਆਪਣੀ ਹਯਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਦਾ ਨਿਰਮਾਣ ਕਰਾਇਆ ਹੈ ਹਰਮੰਦਰ ਸਾਹਿਬ। ਦੂਸਰੀ ਬੇਨਤੀ ਵੀ ਉਹਨਾਂ ਐਡੀ ਬਖਸ਼ਿਸ਼ ਕੀਤੀ। ਅੱਜ ਸਾਰੀ ਬਾਣੀ ਜਿਹੜੇ ਅਸੀਂ ਦੀਦਾਰ ਕਰਨੇ ਆ, ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਛੱਡ ਕੇ ਇਹ ਸਾਰੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਖੈਰ, ਉਹ ਬਾਣੀ ਦੇ ਬੋਇਤ ਉਹਨਾਂ ਨੂੰ ਨਾਨਾ ਜੀ ਨੇ ਕਿਹਾ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਗਿਆ। ਉੱਥੇ ਸ਼ਬਦ ਬੋਹਿਤ ਵਰਤਿਆ ਹੈ, ਜਹਾਜ਼ ਵਰਤਿਆ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਜੀ, ਜਹਾਜ਼ ਬੋਹਿਤ ਇਹ ਸ਼ਬਦ ਜ਼ਰੂਰ ਵਰਤੇ, ਕਿਉਂਕਿ ਬਾਹਰ ਮੁਖੀ ਸਾਨੂੰ ਦਿਸਦਾ ਆ ਜਹਾਜ਼ ਜਿਹੜੇ ਨੇ ਪਾਣੀ ਵਾਲੇ, ਅਸੀਂ ਸਮੁੰਦਰੀ ਬੇੜੇ ਕਹਿੰਦੇ ਆ, ਜਹਾਜ਼ ਕਹਿੰਦੇ ਆ, ਸਮੁੰਦਰੀ ਜਹਾਜ਼। ਗੁਰਮੁਖੋ, ਜਿੰਨਾ ਮਰਜੀ ਕੋਈ ਵੱਡਾ ਜਹਾਜ਼ ਹੋਵੇ, ਉਸ ਜਹਾਜ਼ ਦੀ ਸੀਮਾ ਹੈ, ਉਹਦੇ ਇੰਜਨਾਂ ਦੀ, ਉਹਦੀ ਤਾਕਤ ਦੀ ਕੋਈ ਸੀਮਾ ਹੈ, ਹੱਦ ਹੈ। ਉਹਦੇ ਕਮਰੇ ਜਾਂ ਉਹਦੇ ਵਿੱਚ ਬੈਠਣ ਵਾਲੇ, ਜਿੰਨੀ ਉਹਦੀ ਸੀਮਾ ਹੈ ਓਨੇ ਹੀ ਬੰਦੇ ਉਸ ਜਹਾਜ਼ ਵਿੱਚ ਅਸਵਾਰ ਹੋ ਸਕਦੇ ਆ, ਉਸ ਤੋਂ ਜ਼ਿਆਦਾ ਨਹੀਂ। ਪਰ ਯਾਦ ਰੱਖਿਓ, ਗੁਰੂ ਅਰਜੁਨ ਦੇਵ ਲਈ ਸ਼ਬਦ ਜਹਾਜ਼ ਜ਼ਰੂਰ ਵਰਤਿਆ, ਪਰ ਇਹ ਅਸੀਮ ਨੇ, ਇਹਨਾਂ ਦੀ ਕੋਈ ਸੀਮਾ ਨਹੀਂ। ਫਿਰ ਮੈਂ ਇਸ ਗੱਲ ਨੂੰ ਦੁਹਰਾਉਣ ਲੱਗਾ, ਬਾਹਰ ਦੇ ਜਹਾਜ਼ ਦੀ ਸੀਮਾ ਹੈ, ਇੰਨੇ 100 ਇੰਨੇ ਲੋਕ ਬੈਠ ਸਕਦੇ ਆ, ਪਰ ਗੁਰੂ ਅਰਜੁਨ ਦੇਵ ਉਹ ਬਾਣੀ ਦੇ ਜਹਾਜ਼ ਨੇ ਜਿਨ੍ਹਾਂ ਦੀ ਕੋਈ ਸੀਮਾ ਨਹੀਂ। ਸਾਰੀ ਸ੍ਰਿਸ਼ਟੀ ਵੀ ਗੁਰੂ ਅਰਜੁਨ ਦੇਵ ਜੀ ਦੇ ਬੇੜੇ ਵਿੱਚ ਬਹਿ ਜਾਏ, ਇਹ ਅਸੀਮ ਸਤਿਗੁਰੂ ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰ ਦਿੰਦਾ, ਕਿਉਂਕਿ ਇਹਨਾਂ ਦੀ ਕੋਈ ਸੀਮਾ ਨਹੀਂ, ਅਸੀਮ ਨੇ। ਇਸ ਕਰਕੇ ਭੱਟ ਜੀ ਕਹਿੰਦੇ ਨੇ, ਕਲਯੁਗ ਜਹਾਜ਼ ਅਰਜੁਨ ਗੁਰੂ, ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਲਯੁਗ ਦੇ ਜਹਾਜ਼ ਨੇ। ਇੱਕ ਵਾਰ ਦਾਸ ਨੇ ਬੇਨਤੀ ਕੀਤੀ ਸੀ, ਵੇਖੋ ਇੱਥੇ ਕੋਈ ਸਿਆਣਪ ਵਿਖਾਣ ਲਈ ਕਥਾ ਨਹੀਂ, ਜਿੰਨੀ ਕੋਈ ਪ੍ਰਮਾਤਮਾ ਸੋਝੀ ਦਾ ਹੈ, ਜੇ ਸਾਡੀ ਸੇਵਾ ਹੀ ਇਹ ਵੇ
ਕਿ ਉਸ ਮਿਲੀ ਕੋਈ ਸੋਝੀ ਨੂੰ ਅੱਗੇ ਸ਼ੇਅਰ ਕਰਨਾ। ਆਪ ਜੀ ਨੂੰ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਰਾਮਕਲੀ ਕੀ ਵਾਰ ਵਿੱਚ ਗੁਰੂ ਸਤਿਗੁਰਾਂ ਦੇ ਰਬਾਬੀਆਂ ਨੇ ਸ਼ਬਦ ਵਰਤਿਆ ਅਰਜਨ। ਉੱਥੇ ਅਰਜਨ ਸ਼ਬਦ ਹੈ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਪਰ ਭੱਟ ਸਾਹਿਬਾਨ ਜੀ ਨੇ ਨਾ ਜੀ ਤਕਰੀਬਨ 19 ਵਾਰੀ ਸ਼ਬਦ ਵਰਤਿਆ ਮਹਾਰਾਜ ਜੀ ਦਾ। ਉਹਨਾਂ ਨੇ ਅਰਜਨ ਸ਼ਬਦ ਕਿਤੇ ਨਹੀਂ ਵਰਤਿਆ, ਹਜ਼ੂਰ ਲਈ ਅਰਜੁਨ ਸ਼ਬਦ ਵਰਤਿਆ ਹੈ। ਐੜਾ ਰਾਰਾ ਜੱਜਾ ਜੱਜੇ ਨੂੰ ਔਂਕੜ ਤੇ ਨੰਨਾ। ਇੱਥੇ ਸਾਨੂੰ ਅਰਜੁਨ ਹੀ ਪੜ੍ਹਨਾ ਚਾਹੀਦਾ ਹੈ ਭੱਟਾਂ ਦੇ ਸੋਈਆਂ ਵਿੱਚ। ਤਖਤ ਬੈਠਾ ਅਰਜੁਨ ਗੁਰੂ, ਇਹ ਵਾਹਿਗੁਰੂ ਤਖਤ ਬੈਠਾ ਅਰਜੁਨ ਗੁਰੂ, ਇਹ ਗੁਰੂ ਕਰਦੇ ਰਬਾਬੀ ਕਹਿ ਰਹੇ ਆ। ਕਲਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗਵੇ ਤਰੋ। ਤੇ ਅਰਜੁਨ ਦੇ ਅਰਥ ਕੀ ਨੇ? ਚਲੋ ਉਂਝ ਤਾਂ ਕੋਸ਼ ਵਿੱਚ ਬਹੁਤ ਅਰਜਨ ਦੇ ਅਰਥ ਮਿਲਦੇ ਆ। ਸਾਡੇ ਇੱਕ ਵਿਦਵਾਨ ਨੇ ਅਰਥ ਕੀਤੇ ਸਨ ਜੀ, ਬਜ਼ੁਰਗਾਂ ਨੇ, ਅਰਜੁਨ, ਅਰ ਅਤੇ ਜੁਨ। ਫਿਰ ਸੁਣਿਓ, ਅਰਜੁਨ, ਅਰ ਦਾ ਅਰਥ ਹੈ ਦੁਸ਼ਮਣ ਤੇ ਜੁਨ ਦਾ ਅਰਥ ਹੈ ਜੁਨਣਾ। ਮੈਂ ਸ਼ਬਦ ਵਰਤਿਆ ਜੂਝਣਾ ਨਹੀਂ, ਜੁਨਣਾ। ਜੂਝਣਾ ਦਾ ਅਰਥ ਹੈ ਸੰਘਰਸ਼ ਕਰਨਾ ਤੇ ਜੁਨਣਾ ਦਾ ਭਾਵ ਉਹਨਾਂ ਅਰਥ ਦਿੱਤਾ ਸੀ ਜਿੱਤਣਾ। ਕਿ ਪੰਜਵੇਂ ਗੁਰਦੇਵ ਉਹ ਰੱਬ ਦੇ ਪਿਆਰੇ, ਉਹ ਰੱਬ ਰੂਪ ਪ੍ਰਤਾਖਾਰ ਨੇ ਜਿਨ੍ਹਾਂ ਨੇ ਅੰਦਰ ਤੇ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਿਆ ਹੋਇਆ ਹੈ। ਅਰਜੁਨ ਦੇ ਅਰਥ ਉਹਨਾਂ ਕੀਤੇ ਜਿਨ੍ਹਾਂ ਨੇ ਦੁਸ਼ਮਣ ਵੈਰੀ ਜਿੱਤੇ ਹੋਇਆ। ਇਹ ਬਾਣੀ ਦੇ ਬੋਇਤ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੇ ਸਾਡੇ ਤੇ ਅੱਜ ਕਿਰਪਾਲਤਾ ਕੀਤੀ। ਹਜ਼ੂਰ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਬਚਨ ਜਿਹੜੇ ਨੇ ਇਹ ਉਚਾਰਨ ਕੀਤੇ ਹਨ। ਹਮਰੀ ਗਣਤ ਨ ਗਣਿਆ ਕਾਈ, ਆਪਣਾ ਬਿਰਦ ਪਛਾਣ। ਪੰਚਮ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਪਹਿਲਾ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ, ਖਮਰੀ ਦਾ ਅਰਥ ਹੈ ਅਸਾਂ ਦੀ ਜਾਂ ਅਸਾਡੀ। ਗਣਤ ਇਹ ਸ਼ਬਦ ਵਰਤਿਆ, ਖਮਰੀ ਗਣਤ ਨਾ ਗਣੀਆਂ। ਇੱਕ ਗਣਤ ਹੈ, ਇੱਕ ਗਣੀਆਂ ਹੈ। ਹਮਰੀ ਗਣਤ, ਇਹਦੇ ਅਖਰੀ ਅਰਥ ਗਣਤ ਦੇ ਨੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਕਰਨਾ। ਅਸੀਂ ਇਹਨੂੰ ਕਹਿ ਸਕਨੇ ਹਾਂ ਗਣਤ, ਲੇਖਾ ਕਰਨਾ। ਹਮਰੀ ਗਣਤ ਨਾ ਗਣੀਆਂ ਕਾਈ, ਗਣੀਆਂ ਦਾ ਅਰਥ ਗਿਣਨਾ। ਸਾਡੇ ਕੀਤੇ ਹੋਏ ਜਿਹੜੇ ਕਰਮ ਨੇ ਉਸ ਦਾ ਹਿਸਾਬ ਕਿਤਾਬ ਵਾਹਿਗੁਰੂ ਜੀ ਨੇ ਨਹੀਂ ਕੀਤਾ। ਹਮਰੀ ਗਣਤ ਨਾ ਗਣੀਆਂ ਕਾਈ, ਜਿਹੜੇ ਕਰਮ ਕੀਤੇ ਉਹਨਾਂ ਦਾ ਕੋਈ ਲੇਖਾ ਨਹੀਂ ਕੀਤਾ, ਕੋਈ ਗਿਣਤੀ ਨਹੀਂ ਕੀਤੀ, ਕੋਈ ਹਿਸਾਬ ਨਹੀਂ ਕੀਤਾ। ਕਿਉਂ ਜੀ? ਆਪਣਾ ਬਿਰਦ ਪਛਾਣ। ਉਹਨਾਂ ਨੇ ਆਪਣੇ ਬਿਰਦ ਦਾ ਅਰਥ ਹੈ ਮੁੱਢ ਕਦੀਮਾ ਸੁਭਾਅ। ਇਹਦਾ ਲਫ਼ਜ਼ੀ ਅਰਥ ਹੋਰ ਕਰ ਲਈਏ ਵੀ ਪਰਮਾਤਮਾ ਦਾ ਜੋ ਪ੍ਰੇਮ ਰੂਪ ਸੁਭਾਅ ਹੈ, ਆਪਣੇ ਸੁਭਾਅ ਦੇ ਮੁਤਾਬਕ। ਕਿਉਂਕਿ ਅਸੀਂ ਅੱਗੇ ਦੀ ਵਿਆਖਿਆ ਕਰਨੇ ਆ, ਉਹਨੇ ਆਪਣੇ ਸੁਭਾਅ ਨੂੰ ਦੇਖਿਆ, ਸਾਡੇ ਪਾਪ ਨਹੀਂ ਦੇਖੇ। ਫਿਰ ਬੇਨਤੀ ਸੁਣਿਓ, ਅੱਗੇ ਫਿਰ ਅਰਜ਼ ਕਰਨਾ, ਆਪਣਾ ਸੁਭਾਅ ਦੇਖਿਆ ਕਿਉਂਕਿ ਉਹਨਾਂ ਦਾ ਸੁਭਾਅ ਹੈ ਬਖਸ਼ਿੰਦ, ਉਹਨਾਂ ਦਾ ਸੁਭਾਅ ਹੈ ਰਹਿਮਤ ਕਰਨਾ, ਉਹਨਾਂ ਦਾ ਸੁਭਾਅ ਹੈ ਪ੍ਰੇਮ ਸਵਰੂਪ ਨੇ। ਉਹਨਾਂ ਨੇ ਆਪਣੇ ਸੁਭਾਅ ਨੂੰ ਦੇਖਿਆ, ਅਸਾਂ ਜੀਵਾਂ ਦੇ ਸੁਭਾਅ ਤੇ ਕਰਮਾਂ ਨੂੰ ਨਹੀਂ ਦੇਖਿਆ। ਉਹਨਾਂ ਕਿਰਪਾ ਕੀਤੀ, ਸਾਡੇ ਔਗਣ, ਸਾਡਾ ਲੇਖਾ, ਸਾਡਾ ਹਿਸਾਬ ਕਿਤਾਬ ਬਿਲਕੁਲ ਨਹੀਂ ਕੀਤਾ, ਕਿਉਂਕਿ ਉਹ ਆਪਣੇ ਵੱਲ ਝਾਤੀ ਮਾਰਦੇ ਪਏ ਨੇ, ਸਾਡੇ ਔਗਣ ਨਹੀਂ ਦੇਖੇ। ਸਿੱਧੀ ਬਾਤ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਉਹਨਾਂ ਨੇ ਆਪਣੇ ਬਿਰਦ ਦੀ, ਆਪਣੇ ਸੁਭਾਅ ਦੀ ਪਹਿਚਾਣ ਕੀਤੀ ਹੈ। ਹਾਥ ਦੇ ਰਾਖੇ ਕਰ ਆਪਣੇ, ਹਾਥ ਦੇ ਰਾਖੇ ਕਰ ਆਪਣੇ। ਉਹਨਾਂ ਨੇ ਸਾਨੂੰ ਹੱਥ ਦੇ ਕੇ, ਆਪਣੇ ਬਣਾ ਕੇ, ਸੱਚੀ ਮੁੱਚੀ ਹੱਥ ਦੇ ਕੇ ਸਾਨੂੰ ਰੱਖ ਲਿਆ ਹੈ। ਆਪਣੇ ਬਣਾ ਲਿਆ ਜੀ ਉਹਨਾਂ ਨੇ, ਆਪਣੇ ਬਣਾ ਕੇ ਸਾਨੂੰ ਹੱਥ ਦੇ ਕੇ ਰੱਖਿਆ ਹੈ। ਸਦਾ ਸਦਾ ਰੰਗ ਮਾਣ, ਸਦਾ ਸਦਾ ਰੰਗ ਮਾਣ। ਇੱਥੇ ਰੰਗ ਦਾ ਅਰਥ ਪ੍ਰੇਮ, ਸਿਮਰਨ, ਇਬਾਦਤ ਕਰਾਂਗੇ ਸਦੀਵ ਕਾਲ ਦੇ ਲਈ। ਇੱਕ ਤਾਂ ਉਹਨਾਂ ਨੇ ਸਾਡੇ ਔਗਣ ਨਹੀਂ ਦੇਖੇ, ਆਪਣਾ ਸੁਭਾਅ ਦੇਖਿਆ। ਦੂਸਰਾ ਜੀ, ਉਹਨਾਂ ਨੇ ਹੱਥ ਦੇ ਕੇ ਆਪਣੇ ਸਮਝ ਕੇ ਸਾਨੂੰ ਬਚਾ ਲਿਆ।
ਆਪਣਾ ਜਾਣ ਕੇ ਰੱਖ ਲਿਆ ਤੇ ਉਹਨਾਂ ਦੀ ਮਿਹਰ ਨਾਲ ਸਦੀਵ ਕਾਲ ਲਈ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਵਿੱਚ ਅਸੀਂ ਉਸ ਰੰਗ ਨੂੰ, ਉਸ ਪ੍ਰੇਮ ਨੂੰ ਮਾਣਨੇ ਪਏ ਹਾਂ। ਇਹ ਸ਼ਬਦ ਦੀਆਂ ਪਹਿਲੀਆਂ 2 ਤੁਕਾਂ ਨੇ। ਹੁਣ ਥੋੜੀ ਜੀ ਇਹਦੀ ਵਿਆਖਿਆ ਆਪਾਂ ਕਰ ਲੈਨੇ ਆ। ਮੈਂ ਸ਼ਬਦ ਵਰਤਿਆ ਕਿ ਪਰਮਾਤਮਾ ਦਾ ਸੁਭਾਅ, ਮਹਾਰਾਜ ਜੀ ਨੇ ਬਿਰਧ ਸ਼ਬਦ ਵਰਤਿਆ। ਪਹਿਲੀ ਗੱਲ ਤਾਂ ਇਹ ਯਾਦ ਰੱਖੀਏ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਸੁਦਾ ਹੀ ਪ੍ਰੇਮ ਹੈ। ਸੱਚ ਇਹ ਉਹ ਪ੍ਰੇਮ ਸਰੂਪ ਹੈ, ਉਹਦਾ ਸੁਭਾਅ, ਉਹਦਾ ਬਿਰਧ ਹੀ ਪ੍ਰੇਮ ਹੈ। ਇਸੇ ਕਰਕੇ ਬਾਬਾ ਜੀ ਨੇ ਆਪਣੀ ਬਾਣੀ 'ਚ ਕਿਹਾ ਕਿ ਜੇ ਕਿਸੇ ਨੇ ਪਰਮਾਤਮਾ ਨਾਲ ਗੱਲਾਂ ਕਰਨੀਆਂ ਨੇ ਤੇ ਉਹ ਕਿਹੜੀ ਸ਼ਬਦਾਵਲੀ ਵਰਤੇ, ਕਿਹੜੀ ਭਾਸ਼ਾ ਦੀ ਵਰਤੋਂ ਕਰੇ। ਜਿਵੇਂ ਅਸੀਂ ਸਾਡੇ ਸੰਸਾਰੀ ਇਨਸਾਨਾਂ ਦੀਆਂ ਬੋਲੀਆਂ ਨੇ ਜਾਂ ਭਾਸ਼ਾਵਾਂ ਨੇ। ਕੋਈ ਬੰਦਾ, ਅਸੀਂ ਆਪਾਂ ਪੰਜਾਬੀ ਬੋਲਦੇ ਹਾਂ, ਕੋਈ ਹਿੰਦੀ ਬੋਲਦਾ, ਕੋਈ ਸੰਸਕ੍ਰਿਤ ਬੋਲਦਾ, ਕੋਈ ਅੰਗਰੇਜ਼ੀ ਬੋਲਦਾ, ਕੋਈ ਫਾਰਸੀ ਬੋਲਦਾ, ਕੋਈ ਅਰਬੀ ਬੋਲਦਾ, ਕੋਈ ਸਪੈਨਿਸ਼ ਬੋਲਦਾ, ਕੋਈ ਇਟਾਲੀਅਨ ਬੋਲਦਾ। ਕਹਿਣ ਤੋਂ ਮੁਰਾਦ ਆਪੋ ਆਪਣੀਆਂ ਬੋਲੀਆਂ ਨੇ। ਕਿਸ ਬੋਲੀ ਵਿੱਚ ਬੋਲੀਏ ਕਿ ਪ੍ਰਮਾਤਮਾ ਸਾਡੀ ਆਵਾਜ਼ ਨੂੰ ਸੁਣੇ। ਹਾਂ, ਸਤਿਗੁਰਾਂ ਨੇ ਇਹਦੇ ਬਾਰੇ ਆਪ ਉੱਤਰ ਦਿੱਤਾ। ਕਹਿਣ ਲੱਗੇ ਜ਼ਬਾਨ ਦੀ ਬੋਲੀ ਤੂੰ ਜਿਹੜੀ ਮਰਜ਼ੀ ਵਰਤੀ ਜਾਈ, ਗੱਲ ਤਾਂ ਸਿਰਫ ਇੰਨੀ, ਉਹ ਬੋਲੀ ਸਮਝਦਾ ਹੈ, ਉਹ ਪ੍ਰੇਮ ਸਮਝਦਾ ਹੈ, ਵੈਗਰੂ ਉਹ ਸਮਝਦਾ ਅੱਖਰਾਂ ਨੂੰ। ਤੇ ਜੇ ਕਈ ਵਾਰੀ ਬੰਦਾ ਅੱਖਰ ਨਾ ਵੀ ਵਰਤੇ, ਉਹ ਅੰਦਰ ਦੀ ਚੁੱਪ ਬੋਲੀ ਨੂੰ ਵੀ ਸਮਝਦਾ ਪਿਆ ਹੈ। ਉਹ ਸਿਰਫ ਤੇ ਸਿਰਫ ਭਾਸ਼ਾ ਸਮਝਦਾ ਹੈ, ਪ੍ਰੇਮ ਦੀ, ਮੁਹੱਬਤ ਦੀ, ਇਸ਼ਕ ਦੀ। ਜਿਹੜਾ ਵੀ ਉਹਨੂੰ ਅੰਦਰੋਂ ਪਿਆਰ ਕਰੇਗਾ, ਅੰਮ੍ਰਿਤ ਵੇਲੇ ਪਿਆਰ ਵਿੱਚ ਭਿੱਜ ਕੇ ਪੁਕਾਰੇਗਾ, ਪਰਮਾਤਮਾ ਉਹਦੀ ਆਵਾਜ਼ ਜ਼ਰੂਰ ਸੁਣਦਾ ਹੈ। ਇਹ ਦੇਖੋ, ਆਪ ਜੀ ਰੋਜ਼ ਪਾਠ ਕਰਦੇ ਹੋ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਉਸ ਦੀ ਬੋਲੀ ਪ੍ਰੇਮ ਹੈ। ਮੈਂ ਤਾਂ ਬੇਨਤੀ ਕੀਤੀ, ਉਹਦਾ ਬਿਰਧ ਕੀ ਹੈ। ਉਹ ਈਰਖਾ 'ਚ ਨਹੀਂ, ਉਹ ਦਵੈਸ਼ 'ਚ ਨਹੀਂ, ਉਹ ਬਦਲਾ ਲਊ ਨਹੀਂ, ਉਹ ਸੱਚੀ ਮੁੱਚੀ ਬਦਲੇ ਖੋਰ ਨਹੀਂ, ਕਿਉਂਕਿ ਉਹਦਾ ਆਪਣਾ ਬਿਰਧ ਹੀ ਇਹ ਵੇ। ਉਹ ਪ੍ਰੇਮ ਹੀ ਸਰੂਪ ਹੈ, ਪਿਆਰ ਹੀ ਵੰਡਦਾ ਹੈ। ਮਹਾਰਾਜ ਕਹਿੰਦੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਉਸ ਦੀ ਬੋਲੀ ਭਾਖਿਆ ਪ੍ਰੇਮ। ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਹੁਣ ਇੱਥੇ ਫਿਰ ਬੇਨਤੀ ਸੁਣਿਓ। ਮੈਂ ਕਿਉਂ ਇਹ ਅਰਜ਼ ਕਰ ਲੱਗਾ ਆਰੰਭ 'ਚ, ਕਿਉਂਕਿ ਆਪਾਂ ਜਦੋਂ ਕਿਤੇ ਗੱਲ ਚੱਲਦੀ ਨਾ ਕਿਸੇ ਦੇ ਔਗਣਾਂ ਦੀ, ਕਰਮਾਂ ਦੀ, ਅਸੀਂ ਈਰਖਾ ਅਧੀਨ ਬਦਲੇ ਲੈਨੇ ਆ। ਰੱਬ ਕਦੀ ਇਸ ਤਰ੍ਹਾਂ ਬਦਲੇ ਨਹੀਂ ਜੇ ਲੈਂਦਾ। ਉਹਦਾ ਬਿਰਧ ਕੀ ਹੈ ਗੁਰਬਾਣੀ ਅਨੁਸਾਰ। ਹੁਣ ਇੱਥੇ ਸ਼ਬਦ ਵਰਤਿਆ ਵੀ ਜਿਤ ਸੁਣ ਧਰੇ ਪਿਆਰ। ਹਾਲਾਂਕਿ ਇੱਕ ਦਿਨ ਮਰਜ਼ ਕੀਤੀ, ਸਾਰੀ ਬਾਣੀ 'ਚ ਇਹ ਕਿਹਾ ਮਨ ਤੂੰ ਪ੍ਰੇਮ ਕਰ। ਫਿਰ ਸੁਣਿਓ, ਇੱਥੇ ਸ਼ਬਦ ਵਰਤਿਆ ਮੂੰਹ ਤੋਂ ਕਿਹੜੇ ਬੋਲ ਬੋਲਾਂ ਜਿਹਦੇ ਨਾਲ ਪਰਮਾਤਮਾ ਪਿਆਰ ਕਰੇ। ਹਾਂ, ਫਿਰ ਵੀ ਬਾਣੀ 'ਚ ਤੇ ਕਹਿੰਦੇ ਆ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਐਸੀ ਪ੍ਰੀਤ ਕਰੋ ਮਨ ਮੇਰੇ। ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਰਮਜ਼ ਪਾਉਂਦੇ ਪਏ ਆ, ਬੜੀ ਕਮਾਲ ਦੀ ਬਾਤ ਕਰ ਰਹੇ ਆ ਕਿ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਧਰੇ ਪਿਆਰ, ਉਹ ਪਿਆਰ ਕਰੇ। ਇੱਥੇ ਇਹ ਨਹੀਂ ਕਹਿ ਰਹੇ ਵੀ ਮਨਾ ਤੂੰ ਪਿਆਰ ਕਰ। ਬਾਣੀ ਚਾਲਾ ਬੜੀ ਵਾਰੀ ਕਹੇ ਕਿ ਮਨ ਰੇ ਕਿਉਂ ਛੂਟੈ ਬਿਨ ਪਿਆਰ, ਰੇ ਮਨ ਰਾਮ ਸਿਉ ਕਰ ਪ੍ਰੀਤ। ਇੱਥੇ ਗੁਰੂ ਜੀ ਮਨ ਨੂੰ ਨਹੀਂ ਕਹਿ ਰਹੇ, ਇੱਥੇ ਕਹਿ ਰਹੇ ਨੇ ਕਿ ਜਿਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਪਰਮਾਤਮਾ ਪਿਆਰ ਕਰੇ। ਇੱਕ ਪੁਰਾਤਨ ਜਪਜੀ ਸਾਹਿਬ ਦੇ ਟੀਕੇ ਵਿੱਚ ਟੀਕਾਕਾਰ ਨੇ ਬਹੁਤ ਸੋਹਣੀ ਇਸ ਤੁਕ ਦੀ ਵਿਆਖਿਆ ਕੀਤੀ। ਉਹ ਕਹਿੰਦੇ ਨੇ ਭਾਵਾਂ ਕਿ ਸਾਰੀ ਬਾਣੀ 'ਚ ਮਨ ਨੂੰ ਕਿਹਾ ਤੂੰ ਪਿਆਰ ਕਰ, ਤੂੰ ਮੁਹੱਬਤ ਕਰ, ਪਰ ਇੱਥੇ ਕਹਿ ਵੀ ਉਹ ਕਿਵੇਂ ਪਿਆਰ ਕਰੇ, ਜਿਤ ਸੁਣ ਧਰੇ ਪਿਆਰ। ਇਹਦਾ ਮਤਲਬ ਮੇਰੇ ਵੱਲੋਂ ਪ੍ਰੇਮ ਦਾ ਚੁੱਕਿਆ ਹੋਇਆ ਕਦਮ ਕਿਤੇ ਨਾ ਕਿਤੇ ਥਿੜਕ ਨਾ ਜਾਏ, ਤਿਲਕ ਨਾ ਜਾਏ। ਪਰਮਾਤਮਾ ਜਦੋਂ ਤੂੰ ਪਿਆਰ ਕਰਨਾ ਹੈ, ਸੱਚ ਇਹ ਵੇ ਤੇਰੇ ਵੱਲੋਂ ਕੀਤਾ ਹੋਇਆ ਪਿਆਰ ਕਦੀ ਟੁੱਟ ਨਹੀਂ ਸਕਦਾ। ਜਿਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਨੇ ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਪਰ ਇਹਦੇ ਵਿੱਚ ਇੱਕੋ ਤੋਕੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕਪੜਾ ਨਦਰੀ
ਮੁੱਖ ਦੁਆਰ। ਮੈਂ ਸਿਰਫ ਗੱਲ ਇੰਨੀ ਕਰਨੀ ਸੀ ਕਿ ਉਹਨਾਂ ਦਾ ਬਿਰਦ ਹੈ ਭਾਖਿਆ ਭਾਉ ਅਪਾਰ। ਆਪ ਜੀ ਜਾਪ ਸਾਹਿਬ ਦਾ ਪਾਠ ਕਰਦੇ ਹੋ, ਜਦੋਂ ਅਸੀਂ ਰੁਵਾਲ ਛੰਦ ਪੜ੍ਹਨੇ ਆ ਨਾ, ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਹੈ ਉਹਦੇ ਬਿਰਦ ਬਾਰੇ, ਕਹਿੰਦੇ ਜਤਰ ਤਤਰ ਦਿਸ਼ਾ ਵਿਸ਼ਾ। ਜਿੱਥੇ ਕਿੱਥੇ ਚਾਰ ਦਿਸ਼ਾਵਾਂ ਨੇ, ਚਾਰ ਇਹਨਾਂ ਦੀਆਂ ਨੁਕਰਾਂ ਨੇ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਲਫ਼ਜ਼ੀ ਅਰਥ ਵੀ ਪ੍ਰੇਮ ਹੈ। ਮਰਜ਼ ਕੀਤੀ ਉਹ ਸੁਦਾ ਹੀ ਪ੍ਰੇਮ ਹੈ, ਉਹਦੀ ਭਾਖਿਆ ਭਾਉ ਹੈ, ਪ੍ਰੇਮ ਉਹਦੀ ਬੋਲੀ ਹੈ। ਇਸ ਤੋਂ ਅੱਗੇ ਅਸੀਂ ਬਚਨ ਨਿਤਨੇ ਵਿੱਚ ਹੀ ਪੜ੍ਹਨੇ ਆ ਕਿ ਸਾਚ ਕਹੂੰ ਸੁਣ ਲੇਖੋ ਸਭੈ ਜਿਨ ਪ੍ਰੇਮ ਕੀਓ ਤਿਨੀ ਪ੍ਰਪਾਇਓ। ਮੇਰੀ ਅਰਜ਼ ਐਸੀ ਮੁੱਢ ਕਦੀਮਾ ਸੁਭਾਅ ਹੀ ਉਹਦਾ ਪ੍ਰੇਮ ਹੈ। ਇਸੇ ਕਾਰਨ ਕਰਕੇ ਆਪ ਜੀ ਚਲੋ ਜਿਹੜੇ ਰੋਜ਼ ਬਚਨ ਸੁਣਨੇ ਆਪਾਂ, ਆਸਾ ਕੀ ਵਾਰ ਦੀ ਪਹਿਲੀ ਪੌੜੀ ਹੈ। ਇੱਕ ਸਵਾਲ ਹੈ, ਉਹ ਕਰਤਾ ਹੈ ਕਿ ਪਹਿਲਾਂ ਦਾਤਾ ਹੈ? ਫਿਰ ਬੇਨਤੀ, ਉਹ ਕਰਤਾ ਪਹਿਲਾਂ ਹੈ ਕਿ ਦਾਤਾ ਪਹਿਲਾਂ ਹੈ? ਮਹਾਰਾਜ ਜੀ ਨੇ ਬਾਣੀ ਚ ਕਿਹਾ ਆਹ ਹੈ ਉਹਦੇ ਪ੍ਰੇਮ ਦੀ ਨਿਸ਼ਾਨੀ। ਉਸ ਕਰਤੇ ਨੇ ਜੀਵ ਦਾ ਜਨਮ ਬਾਅਦ ਵਿੱਚ ਹੋਇਆ, ਢਾਂਚਾ ਬਾਅਦ ਵਿੱਚ ਸੰਸਾਰ ਵਿੱਚ ਆਉਂਦਾ ਹੈ। ਪਹਿਲਾਂ ਉਸ ਪ੍ਰੇਮ ਦੇ ਸੁਦੇ ਪ੍ਰੇਮ ਨੇ ਇਸ ਢਾਂਚੇ ਵਾਸਤੇ ਰੋਜ਼ੀ ਦਾ ਪ੍ਰਬੰਧ ਕੀਤਾ ਹੈ। ਇਹ ਉਹਦਾ ਬਿਰਦ ਹੈ, ਇਹ ਉਹਦਾ ਸੁਭਾਅ ਹੈ। ਜਿਹੜਾ ਆਪ ਜੀ ਪਾਠ ਕਰਦੇ ਹੋ, ਦਾਤਾ ਕਰਤਾ ਆਪ ਤੂੰ, ਪਹਿਲਾਂ ਤੁਸੀਂ ਦਾਤੇ ਹੋ, ਬਾਅਦ ਵਿੱਚ ਕਰਤਾ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਜੀ ਨੇ। ਉਹਨਾਂ ਦਾ ਸੁਭਾਅ ਹੈ ਕਿ ਪਹਿਲਾਂ ਇਸ ਜੀਵ ਨੂੰ ਦਾਤ ਦਿੰਦੇ ਆ, ਫਿਰ ਬਣਾਉਂਦੇ ਪਏ ਆ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਛਾਓ। ਇਹ ਵੀ ਤੋਕੋ ਦਾ ਬਿਰਦ ਹੈ ਜੀ, ਕਿਉਂਕਿ ਅੱਜ ਸ਼ਬਦ ਆਇਆ ਵੀ ਆਪਣਾ ਬਿਰਦ ਪਛਾਣ, ਤੇ ਮੇਰੀ ਇੱਛਾ ਸੀ ਵੀ ਉਹਦਾ ਬਿਰਦ ਕੀ ਹੈ। ਭਲਾ ਹਾਲਾਂ ਉਹਦੇ ਬਿਰਦ ਦਾ ਆਪਾਂ ਕੋਈ ਥਾਂ ਥੋੜਾ ਪਾ ਸਕਨੇ। ਹੁਣ ਆ ਉਹਨਾਂ ਦਾ ਬਿਰਦ ਹੈ, ਉਹ ਦਾਤੇ ਨੇ, ਬਾਅਦ ਵਿੱਚ ਕਰਤੇ ਨੇ, ਤੇ ਫਿਰ ਉਹ ਦਾਤ ਮਜਬੂਰੀ ਨਾਲ ਨਹੀਂ ਦਿੰਦਾ ਵੀ ਮੇਰੀ ਤਾਂ ਮਜਬੂਰੀ ਬਣ ਗਈ, ਮੇਰਾ ਦਿਲ ਕੋਈ ਨਹੀਂ ਕਰਦਾ, ਮੈਂ ਬੱਧਾ ਚੱਟੀ ਦੇਣਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਦਾਤਾ ਕਰਤਾ ਆਪ ਤੂੰ ਤੁਸ, ਤਰੁੱਠ ਕੇ ਖੁਸ਼ ਹੋ ਕੇ, ਕਿਉਂਕਿ ਆ ਉਹਦਾ ਬਿਰਦ ਹੈ ਕਿ ਸਤ ਸੁਹਾਣ ਸਦਾ ਮਨ ਚਾਹੋ। ਉਹਦੀ ਪ੍ਰਸੰਨਤਾ ਉਹਦਾ ਬਿਰਦ ਹੈ। ਜਦ ਸਦਾ ਸੱਚ ਦਾ ਆਨੰਦ, ਉਹ ਹਮੇਸ਼ਾ ਹੀ ਸਤ ਚਿਤ ਆਨੰਦ ਹੈ, ਇਹ ਉਹਦਾ ਬਿਰਦ ਹੈ। ਮਹਾਰਾਜ ਕਹਿੰਦੇ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਛਾਓ। ਤੁਸੀਂ ਤਰੁੱਠ ਕੇ ਇਹ ਦਾਤਾਂ ਦਿੰਦੇ ਹੋ, ਜੀਵਾਂ ਉੱਤੇ ਬਖਸ਼ਿਸ਼ ਕਰਦੇ ਹੋ। ਮੇਰੀ ਪਹਿਲੀ ਬੇਨਤੀ ਜੀ, ਉਹਦਾ ਬਿਰਦ ਹੈ ਕੇਵਲ ਪਿਆਰ। ਹੁਣ ਇਸ ਤੋਂ ਅਗਲੀ ਬੇਨਤੀ, ਅਸੀਂ ਜੀਵ ਖਾਂ। ਕੱਲ ਜਦੋਂ ਕਥਾ ਕੀਤੀ ਤੇ ਕੱਤਿਕ ਦੇ ਮਹੀਨੇ ਦੀ ਆਰੰਭਤਾ ਵਿੱਚ ਅੱਜ ਉਹ ਪ੍ਰਕਰਨ ਥੋੜਾ ਜਿਹਾ ਨਾਲ ਢੁਕਣਾ ਹੈ। ਹੁਣ ਇੱਥੇ ਕਹਿ ਰਹੇ ਨੇ ਜੀ ਤੁਹਾਡਾ ਲੇਖਾ ਕੋਈ ਨਹੀਂ ਹੋਣਾ, ਨਹੀਂ ਕੀਤਾ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਤੇ ਕੱਲ ਮਹਾਰਾਜ ਕਹਿ ਰਹੇ ਸਨ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਹ ਅਸੀਂ ਪੜਿਆ ਵੀ ਤੇਰੇ ਕਰਮਾਂ ਦਾ ਤੈਨੂੰ ਮਿਲਦਾ ਪਿਆ। ਅੱਜ ਕਿੰਨੇ ਕਰਮ ਵੇਂਦੇ ਹੀ ਕੋਈ ਨਹੀਂ, ਕਿਉਂਕਿ ਕੱਲ ਦੇ ਪ੍ਰਕਰਨ ਨੂੰ ਜੇ ਸਾਹਮਣੇ ਰੱਖੀ ਤੇ ਸਵਾਲ ਵੀ ਨੇ ਵੀ ਕਰਮਾਂ ਦਾ ਲੇਖਾ ਹੈ। ਹੁਣ ਕੱਲ ਸੀ ਵੀ ਕੱਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰ ਮੈਂ ਕੱਲ ਇੱਕ ਥੋੜੀ ਜੀ ਸੰਖੇਪ ਜੀ ਅਰਜ ਕਰ ਗਿਆ ਸਾਂ ਕਿ ਗੁਰਮੁਖੋ ਕਰਮਾਂ ਦਾ ਲੇਖਾ ਬਾਣੀ ਮੰਨਦੀ ਹੈ, ਕਰਮ ਦਾ ਲੇਖਾ ਹੈ। ਕਿਉਂਕਿ ਅਸੀਂ ਸਾਰੇ ਇਹ ਪਾਠ ਕਰਨੇ ਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਸੀਂ ਆਸਾ ਕੀ ਵਾਰ ਵਿੱਚ ਪੜ੍ਹਨੇ ਖਾਂ ਆਪੀ ਨੇ ਭੋਗ ਭੋਗ ਕੇ ਕੋਈ ਭਸਮੜ ਭੌਰ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ। ਕਿਉਂਕਿ ਇਹਦੇ ਅਰਥ ਦੀ ਲੋੜ ਨਹੀਂ, ਰੋਜ਼ ਸੁਣਨੇ। ਅੱਗੇ ਕਰਨੀ ਕੀਰਤ ਵਾਚੀ ਹੈ, ਤੇਰੀ ਕਰਨੀ ਨੂੰ ਵਾਚਿਆ ਜਾਏਗਾ। ਅੱਗੇ ਕਰਨੀ ਕੀਰਤ ਵਾਚੀ ਹੈ, ਬੈ ਲੇਖਾ ਕਰ ਸਮਝਾਇਆ, ਲੇਖਾ ਕਰ ਦਿੱਤਾ। ਅੱਜ ਕਹਿ ਰਹੇ ਨੇ ਹਮਰੀ ਗਣਤ ਨਾ ਗਣੀਆਂ ਕਾਈ, ਵੀ ਉਹ ਤਾਂ ਲੇਖੇ ਕਰਦੇ ਹੀ ਕੋਈ ਨਹੀਂ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਸਮਝਣ ਦਾ ਯਤਨ ਕਰਨਾ, ਇਹ ਨਹੀਂ ਸੋਚਣਾ ਕਿ ਇੱਕ ਤੁਕ ਦੂਜੀ ਤੁਕ ਨੂੰ ਕੱਟਦੀ ਪਈ ਹੈ। ਮੇਰੀ ਅਰਜ਼ ਹੈ ਮੈਂ ਦੋਨੋਂ ਪ੍ਰਮਾਣ ਆਪ ਨਾਲ ਸਾਂਝੇ ਕੀਤੇ ਵੀ ਕਰਮ ਮਹਾਰਾਜ ਕਹਿੰਦੇ ਲੇਖਾ ਅੱਗੇ ਕਰਨੀ ਕੀਰਤ ਵਾਚੀਆ, ਬੈ ਲੇਖਾ ਕਰ ਸਮਝਾਇਆ। ਇੱਕ ਪਾਠ ਮਹਾਰਾਜ ਜੀ ਦਾ ਆਉਂਦਾ ਹੈ, ਹਜ਼ੂਰ ਨੇ ਉਹਦੇ ਵਿੱਚ ਵੀ ਬਖਸ਼ਿਸ਼ ਕੀਤੀ ਕਿ ਹਜ਼ੂਰ ਕਹਿੰਦੇ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ
ਕੱਢ ਬਈ ਤੇ ਇੱਥੇ ਕਹਿ ਰਹੇ ਨੇ ਹਮਰੀ ਗਣਤ ਨਾ ਗਣੀਆਂ ਕਾਈ। ਮੈਂ ਇੱਕ ਬੇਨਤੀ ਕਰਾਂ ਵੀ ਕਰਮ ਹੈ, ਕਰਮ ਦਾ ਲੇਖਾ ਹੈ, ਪਰ ਫਿਰ ਵੀ ਯਾਦ ਰੱਖਿਓ ਕਿ ਕਰਮ ਤੋਂ ਵੱਡੀ ਇੱਕ ਹੋਰ ਚੀਜ਼ ਹੈ। ਮੈਂ ਫਿਰ ਅਰਜ਼ ਕਰਾਂ, ਕਰਮ ਹੈ, ਲੇਖਾ ਹੈ, ਕਰਮ ਤੋਂ ਵੱਡੀ ਇੱਕ ਹੋਰ ਰਹਿਮਤ ਹੈ ਜਿਹਨੂੰ ਆਪਾਂ ਬਖਸ਼ਿਸ਼ ਕਹਿੰਦੇ ਆ, ਕਿਰਪਾ ਕਹਿੰਦੇ ਆ, ਮਿਹਰ ਕਹਿੰਦੇ ਆ। ਗੁਰਮੁਖੋ ਜਦੋਂ ਉਹਦੀ ਮਿਹਰ ਵਰਤਦੀ ਹੈ ਉਦੋਂ ਸੱਚੀ ਮੁੱਚੀ ਕਰੋੜਾਂ ਕੀਤੇ ਹੋਏ ਪਾਪ ਵੀ ਇਗਨੋਰ ਕਰਕੇ ਬੰਦੇ ਦਾ ਪਾਰ ਉਤਾਰਾ ਕਰ ਦਿੰਦਾ। ਫਿਰ ਅਰਜ਼ ਹੈ, ਇਹਨੂੰ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖਨੇ ਆ, ਵਿਸ਼ਾ ਥੋੜਾ ਜਿਹਾ ਗਹਿਰਾ ਹੈ। ਲਫ਼ਜ਼ੀ ਅਰਥ ਤਾਂ ਬੜੇ ਸੌਖੇ ਨੇ ਕਿ ਉਹਦਾ ਬਿਰਧ ਕੀ ਹੈ। ਜੋ ਮਾਂ ਬਾਪ ਹੈ, ਕੋਈ ਮਾਂ ਬਾਪ ਤੁਸੀਂ ਬੈਠੇ ਹੋ, ਜਿੰਨਾ ਮਰਜੀ ਬੱਚਾ ਨਲਾਇਕ ਹੋਵੇ, ਮਾਂ ਆਪਣੇ ਸੀਨੇ ਤੇ ਹੱਥ ਰੱਖ ਕੇ ਕਹਿੰਦੀ ਹੈ ਕਿ ਤੂੰ ਖਤਮ ਹੋ ਜਾਏ। ਸੱਚੀ ਮੁੱਚੀ ਉਹ ਨਲਾਇਕ ਵਾਸਤੇ ਵੀ ਭਲਾ ਮੰਗੀ ਜਾਂਦੀ ਹੈ। ਇਹ ਫਿਰ ਸੁਣੋ ਬੇਨਤੀ ਨੂੰ, ਉਹਦਾ ਬਿਰਧ ਕੀ ਹੈ। ਇੱਕ ਮਾਂ ਬਾਪ, ਇਹ ਗੁਰਬਾਣੀ ਚੋਂ ਮੈਂ ਕਹਿ ਰਿਹਾ, ਇੱਕ ਮਾਂ ਬਾਪ ਬੱਚਾ ਜਿਤਨੀਆਂ ਮਰਜੀ ਗਲਤੀਆਂ ਕਰੇ ਫਿਰ ਵੀ ਮਾਂ ਬਾਪ ਦਾ ਹਿਰਦਾ ਜਿਹੜਾ ਉਹਦੇ ਲਈ ਡੁੱਲ ਡੁੱਲ ਪੈਂਦਾ ਹੈ। ਉਹ ਕਹਿ ਵੀ ਦਿੰਦੀ ਹੈ ਮਰ ਜਾਏ ਤੂੰ ਚੰਗਾ ਸੀ, ਜੰਮਦਾ ਹੀ ਨਾ ਨਿੱਜ ਹੋਇਆ। ਇਹ ਸਾਰੇ ਸ਼ਬਦ ਕਹਿੰਦੀ ਹੈ। ਸਭ ਕੁਝ ਕਹਿ ਕੇ ਕੱਲੀ ਫਿਰ ਅੱਖਾਂ ਭਰ ਕੇ ਰੋਂਦੀ ਹੈ। ਰੋਂਦੀ ਕਿਉਂ ਵੇਂ? ਉਹਦੇ ਧੁਰ ਅੰਦਰ ਇੱਕ ਸੁਭਾਅ ਪਿਆ ਹੋਇਆ, ਕਰ ਹੈ ਤਾਂ ਮੇਰੇ ਹੀ ਨਾ। ਗੁਰਮੁਖੋ ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ। ਕਿ ਸਾਡੀ ਪੀੜਾ ਨਾਲ ਉਹਨੂੰ ਪੀੜਾ ਨਹੀਂ? ਕਿ ਸਾਡੇ ਅੰਦਰ ਨਾਲ ਉਹਦਾ ਕੋਈ ਸੰਬੰਧ ਨਹੀਂ? ਜੇ ਇਹ ਅੰਦਰ ਰਾਮ ਕੀ ਅੰਸ਼ ਹੈ, ਇਸੇ ਕਰਕੇ ਗੁਰੂ ਜੀ ਨੇ ਕਿਹਾ ਉਹਦਾ ਬਿਰਧ ਹੈ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ। ਹਮਰੀ ਗਣਤ ਨਾ ਗਣੀਆਂ ਕਈ, ਆਹ ਹੈ ਬਿਰਧ ਉਹਦਾ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ। ਆਹ ਹੈ ਬਿਰਧ, ਆਪਣਾ ਬਿਰਧ ਪਛਾਣ। ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ, ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਗੁਰਮੁਖ ਉਹਦਾ ਬਿਰਧ ਹੈ ਮਾਪਿਆਂ ਦੀ ਤਰ੍ਹਾਂ, ਉਹ ਮਾਂ ਦੀ ਤਰ੍ਹਾਂ। ਇਸੇ ਕਰਕੇ ਇਸ ਬਿਰਧ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ। ਉਹ ਸ਼ਬਦ ਜਿਹੜਾ ਸੁੱਤ ਅਪਰਾਧ ਕਰਤ ਹੈ ਜੇਤੇ ਆਪਣਾ ਬਿਰਧ ਪਛਾਣ। ਮੇਰੀ ਅਜੀਤ ਸਾਸੀ ਜੀ, ਬਿਰਧ ਸ਼ਬਦ ਦੀ ਹੀ ਵਿਆਖਿਆ ਥੋੜੀ ਜੀ ਕੀਤੀ ਜਾਏ, ਕਿਉਂਕਿ ਇਹ ਸਾਡੀ ਅਰਦਾਸ ਵਿੱਚ ਵੀ ਇੱਕ ਸ਼ਾਮਲ ਹੈ। ਜਦੋਂ ਅਸੀਂ ਪਾਠ ਕਰਨੇ ਆ, ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ, ਚਿਤ ਆਵਣ ਕਾ ਸਦਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿਤ, ਦੇਗ ਤੇਗ ਫਤਿਹ ਅੱਗੇ ਬਿਰਧ ਕੀ ਪਹਿਚ। ਬਿਰਧ ਸ਼ਬਦ ਬਹੁਤ ਦੂੰਗਾ, ਆਪਣਾ ਬਿਰਧ ਪਛਾਣ। ਹੁਣ ਮਾਪਿਆਂ ਦਾ ਬਿਰਧ ਤੇ ਰੱਬ ਦਾ ਬਿਰਧ ਤੁਸੀਂ ਦੇਖੋ, ਕਬੀਰ ਸਾਹਿਬ ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਆਹ ਹੈ ਮਾਂ ਦਾ ਬਿਰਧ, ਮਾਂ ਦਾ ਸੁਭਾਅ। ਪੁੱਤਰ ਕਿੰਨੀਆਂ ਗਲਤੀਆਂ ਕਰ ਰਿਹਾ, ਮਾਂ ਚੇਤੇ ਵਿੱਚ ਰੱਖਦੀ ਨਹੀਂ। ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਕਿ ਤੁਹਾਡਾ ਸੁਭਾਅ ਮਾਂ ਵਰਗਾ ਨਹੀਂ? ਹੇ ਵਾਹਿਗੁਰੂ ਮੈਂ ਵੀ ਤੇਰਾ ਬੱਚਾ ਖਾਂ। ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਰਾਮਈਆ ਕੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਜੇ ਅਤ ਕਰੋਪ ਕਰੇ ਕਰਤਾਇਆ, ਆਪਣਾ ਬਿਰਧ ਪਛਾਣ। ਜੇ ਅਤ ਕਰੋਪ ਕਰੇ ਕਰਤਾਇਆ, ਜੇ ਬੱਚਾ ਗੁੱਸੇ ਵਿੱਚ ਆ ਕੇ ਸੱਚੀ ਮੁੱਚੀ ਤੈਸ਼ ਵਿੱਚ ਆ ਕੇ ਅੱਗੋਂ ਮਾਂ ਨੂੰ ਪੈ ਜਾਂਦਾ ਤੇ ਫਿਰ ਯਾਦ ਰੱਖਿਓ ਮਾਂ ਤਾਂ ਫਿਰ ਵੀ ਨਹੀਂ ਚੇਤੇ 'ਚ ਰੱਖਦੀ। ਮਹਾਰਾਜ ਕਹਿੰਦੇ ਆਹ ਜਿਹੜਾ ਮਾਂ ਵਾਲਾ ਬਿਰਧ ਹੈ ਮੇਰੇ ਵਾਹਿਗੁਰੂ ਦਾ ਬਿਰਧ ਹੈ, ਇਹ ਮੇਰੇ ਗੁਰੂ ਦਾ ਬਿਰਧ ਹੈ। ਆਪਾਂ ਆਪਣੀ ਈਰਖਾ ਵਿੱਚੋਂ ਪਰਿਭਾਸ਼ਾ ਨਾ ਬਣਾਈਏ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਿਰਧ ਦੀ ਗੱਲ ਕਰਨਗੇ, ਜਦੋਂ ਬਿਰਧ ਸੰਭਾਲਦਾ ਉਦੋਂ ਕੋਈ ਲੇਖੇ ਨਹੀਂ, ਕੋਈ ਕਰਮ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰਾਖ ਸਮਾਇਆ। ਮਾਂ ਉਹ ਚੇਤੇ ਵਿੱਚ ਰੱਖਦੀ ਨਹੀਂ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਬੜੀ ਸਹਾਰਾ ਦਿੰਦੇ ਨੇ ਵਿਆਖਿਆ ਦੇ ਵਿੱਚ। ਮੈਂ ਇੱਕ ਸ਼ਬਦ ਹੋਰ ਇਸ ਸੰਬੰਧੀ, ਕਿਉਂਕਿ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਲੇਖੇ ਨਹੀਂ ਕਰਦਾ। ਮੈਂ ਅਰਜ਼ ਕੀਤੀ ਇੱਕ ਪਾਸੇ ਲੇਖਾ ਹੈ, ਪਰ ਗੁਰਮੁਖੋ ਜਦੋਂ ਕਿਰਪਾ ਵਰਦੀ ਉਦੋਂ ਲੇਖੇ ਲੂਕੇ ਸਭ ਉੱਡ ਜਾਂਦੇ ਆ। ਕਾਹਦੇ ਲੇਖੇ? ਮਹਾਰਾਜ ਕਹਿੰਦੇ ਆ ਕਿ ਜਦੋਂ ਬੰਦਗੀ ਕਰਨ ਵਾਲੇ ਦੀ ਸੰਗਤ ਕਰਦੀ ਹੈ ਉਦੋਂ ਸਾਰੇ ਕਾਲੇ ਕਾਗਜ਼ ਪਾੜ ਕੇ ਆਪਰਾਂ ਛੱਡ ਦਿੰਦਾ ਹੈ। ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ
अब कहाँ करोगे जो फाट्यो सगलो लेखा। कागज भरे पे सन, काले कीते पे, आ माड़ा कर्म, आ माड़ा कर्म। प्यारिओ वाहिगुरू ने बिरद पछाणिया, संगत करन दे नाल उहने लेखे वाली फाइल ही सारी गुम कर दित्ती। उन्हें पाड़ के परा मारे, ना कागज रहा ना लेखा रहा। श्रीमान भाई गुरदास साहब जी का एक बचन है, पर यह मन नूं धीरज देण लई। मान लो किहड़ा बंदा है जी जिहड़ा जिंदगी च गलती नहीं करता। असीं जिन्ने बैठे हाँ, ये गल वक्री मैं एक दिन कहा सी, फस हो जाता जिहदी गलती नशर हो जाती है, नशर दर ते प्रगट हो गई। जिहदा गुनाह दुनिया विच पता लग गया वो पापी बन जाता है, ते मेरे वर्गा जिहदा गुनाह पता नहीं लगा वो धर्म के चिन्ह के थले अपने आप नूं लुकाई बैठा, वो धर्मी बनया बैठा है। किहड़ा दुनिया च बंदा है जिन्हें गलती नहीं की जी। मैं थोड़ा जिहा भी पा खर्च करना चाहना, बंदा बंदे नूं नहीं जे बख्शदा, परमात्मा ते गुरु बख्श दिंदा है। ओदा बिरद कह मैं फिर अर्ज करा, इंसान नहीं बख्शदा। बाइबल विच एक घटना है, सिर्फ मैं गुण की सांझ लिए बेनती कर लगा, क्योंकि साडी सिख रहत मर्यादा विच है कथा शब्द की होवे ते शब्द की व्याख्या वेले अन मत दे ग्रंथां दे प्रमाण दिते जा सकते हैं। मैं मर्यादा तो निकल के नहीं कह रहा। कहते एक पिंड विच एक औरत ने कोई बहुत वड्डी गलती की, गुनाह किया। पिंड दे लोग इकट्ठे हो गए, पंचायत इकट्ठी हुई। मैं अपनी बोली च कहन लगा, उन्होंने कहा भी इस औरत नूं चुरस्ते विच खड़िया करके इनू संगसार करो, इनू पत्थर मारो, पत्थर मार मार के इनू मार दिता जाए, क्योंकि जिहड़ी इन्हें गलती गुनाह कीता है, दोष जिहड़ा इहदे सिर नूं जीण दा कोई हक नहीं, इनू मार दे, मार दिता जाए। सच्ची मुच्ची लोग पत्थर लैके आ गए जी। तमाशबीन लोग हुंदी इहो जिहे ने। उन्हां पत्थर पकड़े, वो औरत विचारी कंबदी होई इस हजूम इस भीड़ दे विच खलोती कंब रही है। इन्नी देर नूं कहंदे ने हजरत ईसा जी निकले। वो पिंड विच कुछ लोग विरोधी भी सन इन्हां दे, ते ये भी सच है कि जिन्ने मर्जी सुच्चे सच्चे हो जाओ, याद रखियो ईरखा अधीन तुहाडे विरोधी दुनिया विच रहने ही रहने ने। जे असीं कहीए ने भी नहीं सब भला सब मंगल, ये कदी नहीं हो सकता। जिथे मर्जी चले जाओ, ये जिनसा हर थां ते मिलणगियां, किते भी चले जाओ तुसी। मेरी बेनती है उत्थे विरोध होवेगा। ते एक सियाणा सज्जन कहंदा, ओए एवें चोखा तू दावे ना करया कर, आ मैं सारे साफ कर देने ने। ये कोई साफ सूफ नहीं जे होने, मैं नैगेटिव नहीं कह रहा। राह जांदियां किक्करां दा किक्कर ने सड़क उत्ते, ते एक कंडा तुसी 10 कंडे मान लो झाड़ू लैके कंडे साफ कर दिओ, नाल कहो जी असीं सारे कंडे साफ कर देने ने। आ 10 फुट तुसीं साफ करो, पिछे जिते साफ किया 5-6 होर डिग पैने ने, ये साफ नहीं होने। हाँ एक काम करिए, जे ये साफ नहीं होने तो आपां किवें बचा करिए। इको बचाए जुत्ती चम वाली पा के तुरो, इन्हां दे मूँह नूं मिध के अगे निकल जाओ, इन्हां नूं साफ करन दी की लोड़ है। इन्हां ने साफ नहीं होना। ये सच्चाई जिवें कल्पना भी चाहिए इन्हां दी सफाई लई। उन्हां दे विरोधी सन। वो औरत कंबदी पई है, कह दिता इन्हें पाप किया, इहनूं वट्टे मारो, संगसार करो। जदों लंघे लोकां कहा भी अपने आप नूं परमात्मा दा पुत्तर कहंदा, इहनूं पुछ लईए जे कहेगा वट्टे मारो ते कहांगे इहदे च करुणा कित्थे वे, ते जे कहेगा ना मारो आपां कहांगे गुनाहगार दा साथ दिंदा। उन्हां कहा जी तुहाडा की ख्याल इहदे बारे। ईसा जी पुछदे ने की, कहण लगे इस औरत ने गुनाह कीता, पाप कीता, साडा फैसला इनू वट्टे मारे जान, संगसार किया जाए, ते तुहाडा की ख्याल है मारना चाहिए कि नहीं। पर याद रखियो दोवें नुकते लहर सिंह, जे ना करेगा तां भी फसावांगे, जे खां करेगा तां भी फसावांगे। तुहाडा की ख्याल है, असीं तुहाडी राय लैनी है। वो कहण लगे वट्टे जरूर मारो, मारने चाहिए ने। विरोधी खुश हो गए भी बाकी असीं कहांगे करुणा कित्थे, देखो जरूर मारो वट्टे, मारो जरूर इनू। लोकी तैयार हो गए। उन्हें कहा एक गल मेरी सुन लो, इनू सब तो पहला वट्टा ओ बंदा मारियो जिन्हें अपनी जिंदगी च कदी गुनाह नहीं किया, ओ मारियो। जिन्हें गुनाह किया है ओ वट्टा मारो, जिन्हें जिंदगी च कदी गुनाह नहीं किया। सच एवं मैं एक बेनती करा, सब दे हत्थां दे वत्ते थल्ले डिग पे। केड़ा इंसान है जिन्हें गुनाह नहीं किया। पर मैं फिर बेनती करा,
परमात्मा दा बिरद साडे वर्गा ईरखालू नहीं, क्योंकि असी लोग खास करके पंडित पुजारी काजी मुलाने ਜਿਹੜੇ ਅਸੀਂ ਧਰਮ ਦੀ व्याख्या करने आ भाई, ਅਸੀਂ सच्ची मुच्ची अपने ढंग नाल रब दे अर्थ करने आ ईरखा द्वेष अधीन। भाई साहब भाई वीर सिंह ने एक बारी ना जी उन्हां दी 4 सतरां ने एक छोटी जी कविता है कर्म के बख्शिश, पंजाबी दियां 17 ने समझ पाएगी। वो लिखते ने तू पापी कह के पंडित जिंद सुकाई, बख्शण वाला मितों बाहर असी मित विच पाई। अर्थ थोड़े जे मैं कर देना वा क्योंकि लफ्ज इहो जिहे ने। तू पापी कह के पंडित जिंद सुकाई, बख्शण वाला मितों बाहर असी मित विच पाई। मित वाले दे कर्म अमिते कदी नहीं हो सकदे, बख्श इमते दी जित पाऊ मित दे कर्म उडाई। हुण मैं लफ्ज वरते ने कर्म अते बख्शिश, इहदे अर्थ इउं करांगे एक बंदा गुनाह करदा है ते फैसला देने वाला कहंदा है पापी जे, गुनाहगार जे, पापी जे। ते भाई साहब कहंदे ओ पंडित तू मैनू पापी पै कह के मरन तो पहला मारी जा रहे हैं, अजे मैं मरना नहीं, तू मैनू पापी कह के इन्ना मारना पे, तू समाज सामने जीन नहीं देंदा। तू पापी कह के पंडित जिंद सुकाई, ओ बख्शण वाला मितों बाहर, ओ जिदा तू मैनू डरावा देना वो गिनती तो बाहर है। असी मित विच भाई सुनियो, मित तो बाहर दरते ओदी मिनती कोई नहीं, माप कोई नहीं, असी गिनती विच खां। जे असी माप विच खां मिनती विच आ, साडी सीमा है वो असीम है, ते फिर सीमा वाले दे कर्म किन्ने को असीम हुंदे ने। जिदन अमिता जिदी मित कोई नहीं, माप कोई नहीं, जिदन वो बख्शिश करेगा मेरे सारे कर्मां नूं साड़ के जित ओदी बख्शिश दी होनी है, कर्मां दी नहीं होनी। इस नूं फिर सुनियो, तू पापी कह के पंडित जिंद सुकाई, बख्शण वाला मितों बाहर असी मित विच भाई। मित वाले दे कर्म अमिते कदी नहीं हो सकदे, बख्श अमिते दी जित पाऊ मित दे कर्म अडाई। दा मतलब कर्म एक दिन हार जाते हैं तो बख्शिश एक दिन जित जाती है। मैं इत्थे एक बेनती करनी चाहना, होर दो अर्ज है सब सारे शब्द का प्रकरण तो एक ही है ना जी। भाई गुरदास साहब व्याख्याकार ने, उन्हें सिक्खी जी बाणी लिखी, उन्हों की रचना नूं जरूर पढ़िया करो। मैं ये बेनती करांगा, जो रहत मर्यादा सानूं दस्सिया गया उन्होंने एक बारी भावें तुसी कथा नहीं करते पर पढ़न का शौक जरूर रखिए। भाई गुरदास साहब दे कबित, उन्हां दियां वारां कदी आप जी पढ़ के देखो। जे किसी ने सिक्खी कमान की जाच सीखनी है ना, तो फिर भाई साहब नूं अपनी जिंदगी में एक बारी जरूर पढ़ियो। सिक्खी कितनी उच्ची है, सिक्खी की है, गुरु का सुभाव की है। भाई साहब ने बिरद का जिक्र किया, अपना बिरद पछाण। कहते ने जदों मैं आप जी की बाणी पढ़ना, देखो समझाते ने, जदों मैं आप जी बारे गुण सुनना, ये सारे धर्म कहते ने परमात्मा भगती नूं प्यार करता है। मैं अर्ज कर रहा, हमरी गणत ना गणियां काई अपना बिरद पछाण। सारे कहते ने परमात्मा भगत बचल कह, भगती नूं प्यार करता। बाणी भी कह रही है कि हर जुग जुग भगतों पाया, पैज रखदा आया राम राजे, भगती नूं प्यार करता है। भाई साहब कहते जदों वार वार ये व्याख्या की जाती है भगत बचल भगत बचल भगत बचल, कहते सुन सुन के मेरा अंदर डरन लग पैंदा। क्यों जी? भगत बचल शब्द तो बहुत उच्चा, डरदे क्यों? भाई साहब कहते डर ये लगता है कि जे तुसी एक पक्ष कही जो परमात्मा भगत बचल मेरे कोल भगती है नहीं, ते मेरे लिए परमात्मा दे घर विच की है। फिर आई सुनियो, भगती तो मैं कर नहीं रहा, समझाने लई कहन लगे नहीं, मेरे गुरु ने आवाज दी, जे परमात्मा भगत वचल है, एक गल चेते रखियो, पतत पावन भी ओदा बिरद है। जे भगत वचल बिरद है, भगती नूं प्यार करदा है, ते दूजे पासे पापियां दा उधार करदा है, यह भी ओदा बिरद है। भगत वचल सोना ते उदास होना, पतत पावन सोना ते मन खुश हो जाता। मना भगती तो कोई नहीं, पर पापां दी पंड भरी है, तेरा बिरद है, तू पाप खंडन कर देना। सुनियो बेनती, अपना बिरद पछाण। दूसरा वचन वो कहते जदों एक सोना वा कि परमात्मा अंदर दी जानदा, ते सारे असीं पढ़ने जी
घट घट के अंतर की जानत भले बुरे की पीर पछाण ते मन डरदा मना ਜਿਹੜੀਆਂ ਗੱਲਾਂ ਲੋਕਾਂ ਤੋਂ ਲੁਕਾ ਕੇ ਕੀਤੀਆਂ ਕਰਮ ਕੀਤੇ ਲੋਕਾਂ ਨੂੰ ਨਹੀਂ ਪਤਾ ਤੇ ਜਿਹੜੇ ਫੁਰਨੇ ਮੇਰੇ ਵਿੱਚ ਰੋਜ਼ ਪੈਦਾ ਹੁੰਦੇ ਨੇ ਲੋਕਾਂ ਨੂੰ ਨਹੀਂ ਪਤਾ ਪਰ ਅੰਤਰਜਾਮੀ ਨੂੰ ਪਤਾ ਮੇਰੇ ਅੰਦਰ ਕੀ ਹੈ ਕਹਿੰਦੇ ਉਦੋਂ ਮੈਂ ਡਰ ਜਾਣਾ ਜਦੋਂ ਕਥਾ ਵਾਲਾ ਕਹਿੰਦਾ ਅੰਤਰਜਾਮੀ ਅੰਤਰਜਾਮੀ ਕਹਿੰਦਾ ਮੈਂ ਕੰਬਣਾ ਵਾ ਰੱਬਾ ਲੋਕਾਂ ਨੂੰ ਤੇ ਪਤਾ ਨਹੀਂ ਪਰ ਤੈਨੂੰ ਤਾਂ ਪਤਾ ਮੇਰੀਆਂ ਕਰਮ ਕਰਤੂਤਾਂ ਦਾ ਨਾ ਉਦਾਸ ਹੋ ਜਾਣਾ फिर कहते ने गुरु एक आवाज दिंदा है कि जे परमात्मा अंतरजामी है परमात्मा जे की परमात्मा अंतरजामी है न पर याद रखी अंतरजामी दे नाल पर्दे ढकण वाला भी है वो सब कुछ वेख के भी पर्दे ढक के पार कर दिंदा आ है अपना बिरद पछाण तीन दो गल्लां मैं कीतियां भगत वचल जे बिरद है ते फिर पतत पावन भी बिरद है जे अंतरजामी ओदा सुभाव है अंदर जानदा है ते फिर जान के भी बंदे उत्ते पर्दे पा दिंदा ओदा बिरद है तीसरी बेनती जदों लोग कहंदे आ भी इन्नी बाणी सुनी इन्ना कुछ होया कोई फर्क ना पिया भाई साहब कहंदे ने फिर मैनूं चेते आ जांदा इन्नी बारिश होई ते सिमल नकम्मा फिक्के दा फिक्के ही रह गया की फायदा होया इन्नी बारिश हुंदी रही इस अंदर रस ही नहीं भरिया उदास हो जाना मैं सिंबल की तरह वां अंदरों थोता वां फोका वां फल फुल किसे काम नहीं मैं अंदरों उदास हुना वां ते अगों आवाज आउंदी है तां की होया जे सिंबल मींह दे विच रस नाल नहीं भरिया किते चंदन दी हवा आ गई ते उन्हें सिंबल नूं भी चंदन बना देना है परमात्मा तेरे बिरद अनुसार तेरी बख्शिश दी हवा आई ते मेरे अंदर नाम दी सुगंधी भरी जाएगी भाई साहब दा एक बिरत है कि भगत वचल सुन होत हूँ निराश हृदय पतत पावन सुन आसा उरतार हूँ फिर ये अर्थ थोड़े जैसी कर लीए जदों मैं भगत वचल सुनना अंदरों डरना वा भगत वचल सुन होत हूँ निराश हृदय पतत पावन सुन मैं जदों सुनना कि तू पवित्र करने वाला पापियां नूं मेरे अंदर बड़ा वड्डा सहारा मिलता है भगत वचल सुन होत हूँ निराश हृदय पतत पावन सुन आसा उरतार हूँ अंतरजामी सुन कंपत हूँ अंतर्गत दीन कै दयाल सुन भय प्रमटार हूँ जल तर संगम कै अफल सेमल द्रम चंदन सुगंध सन गंध मैल गार हूँ अपनी करनी कर नरक हूँ ना पामू ठौर वैगुरु जी आ शब्द सुनो आख है अपना बिरद पछाण वैगुरु जी जे मैं अपने कम्मां दी गल करा ना ते कहंदे ने भी दोजक सब तो माड़ा है कहन लगे सही है कि मेरे कर्मां अनुसार मेरी थां दोजक विच भी नहीं बनती पर जदों तेरी बख्शिश वाल वेखना ते सारे नरक भी ठंडे हो जाते हैं क्योंकि तेरा बिरद कह अपनी करनी कर नरक हूं ना पाऊं ठौर तुमरो बिरद कर आसरो संभार हूं तेरे बिरद करके इत्थे महाराज कहते उहदा सुभाव मुढ़ कदीमा प्यार ही करदा है चलो एक उदाहरण गुरु घर च वापरी एक बारी मैं अर्ज कीती सी आई श्री अमृतसर की धरती आई थां जी आप सब नूं पता है गुरु के रबाबी भाई सत्ता जी भाई बलवंड जी समा आ गया क्योंकि वक्त का कोई पता नहीं जी कदी भी कोई बंदा कौम के तौर पर घर के तौर पर यह सिखावे ना लई फिरे कि मेरे करके सब कुछ है ये बड़ा भुलेखा रहिंदा है कि मेरे करके सब कुछ मैं ना होया तो की होवेगा तो असीं कई बारी कहने भी हाँ भी आह की हो जाएगा जी आ बंदा चला गया तो फिर की होना कौम का की बनना फलाना की बनना ये गल चेते रखियो बाबे नानक का थड़ा एक गया तो दूजा खड़ा ये उन्हें अपनी खेड़ वरताई देनी है जी एवें किसी बंदे के किसारे जी ये मर गया तो की होना उंज साडी इगो है रहमत रब दियां हुंदियां ने असीं अपने लेखे ला लें साडे पुराने पिंडां च लकड़ वाले जदों गड्डे चलदे सन बैलगाड़ी जिन्हों कहते हैं गड्डे लकड़ के पहियां वाले आपनू पता होना है भी लकड़ का पहिया जिहड़ा सी वो धुर दे दुआले घुमदा सी उहनूं धुर कहंदे सन धुरा लोहे दा है ना वो पहिया फिट कर देना लकड़ का ते धुरे दे दुआले पहिया घूमना एक मक्खी वो पहिए दे धुरे ते आके बह गई समझाने लई मैं बेनती कर लगा धुरे ते बह गई आके मक्खी ते क्योंकि धुरा जिहड़ा वो नहीं घूमदा पहिया ही घूमदा है धुरा ते अपनी थां स्थिर है
ਉਹ ਮੱਖੀ ਆ ਕੇ ਬਹਿ ਗਈ ਲੱਕੜ ਦੇ ਪਹੀਏ ਦੇ ਧੁਰੇ ਤੇ ਪਿੱਛੇ ਉਹਨੇ ਵੇਖਿਆ ਬਲਦ ਗੱਡੀ ਨੂੰ ਗੱਡਾ ਖਿੱਚੀ ਲੈ ਜਾਂਦੇ ਨੇ, ਧੂੜ ਉੱਡਦੀ ਪਈ ਕਿਉਂਕਿ ਪਹੀਏ ਕਰਕੇ ਧੂੜ ਭਰੀ। ਉਹ ਸ਼ੇਖੀ ਮਾਰਨ ਲੱਗ ਪਈ, ਆ ਵੇਖਿਆ ਜੇ ਸਾਡੀਆਂ ਤਾਕਤਾਂ, ਆ ਪਿੱਛੇ ਸਾਰੀਆਂ ਧੂੜਾਂ ਸਾਡੀਆਂ ਹੀ ਨੇ। ਇਹੀ ਸਾਨੂੰ ਬਿਮਾਰੀ ਖਾ ਗਈ ਸਿੱਖਾਂ ਨੂੰ, ਆ ਸਾਰੀਆਂ ਧੂੜਾਂ ਸਾਡੀਆਂ ਨੇ ਪਿਛਲੀਆਂ, ਪੁੱਛੋ ਕੁਝ ਨਾ। ਉਹ ਮੱਖੀ ਧੁਰੇ ਤੇ ਬੈਠੀ, ਧੁਰ ਤੇ ਬੈਠੀ, ਉਹ ਬੈਲਾਂ ਜਿਹੜੇ ਗੱਡੇ ਵਿੱਚ ਢੱਗੇ ਜੁਪੇ ਬਲਦਾਂ ਦੀ ਤਾਕਤ ਨੂੰ ਆਪਣੇ ਨਾਲ ਜੋੜ ਰਹੀ ਹੈ। ਆ ਪਿਛਲੀ ਧੂੜ ਸਾਡੇ ਕਰਕੇ। ਕਿਸੇ ਲੰਘਦੇ ਨੇ ਕਿਹਾ ਨਹੀਂ, ਨਿਕੰਮੀਏ ਇਹ ਧੂੜ ਤੇਰੇ ਕਰਕੇ ਨਹੀਂ, ਗੱਡੇ ਕਰਕੇ। ਤੂੰ ਸ਼ੁਕਰ ਕਰ ਗੱਡੇ ਦੀ ਧੁਰੇ ਨੇ ਤੈਨੂੰ ਸਹਾਰਾ ਦਿੱਤਾ ਹੋਇਆ ਹੈ। ਬੈਠੀ ਤੂੰ ਧੁਰੇ ਉੱਤੇ ਵੇਂ ਤੇ ਰੌਲਾ ਪਾਈ ਜਾਨੀ ਮੇਰੇ ਕਰਕੇ। ਇਹ ਕੋਈ ਕਿਸੇ ਕਰਕੇ ਨਹੀਂ, ਇਹ ਰੱਬ ਕਰਕੇ। ਵੇ ਪਿਆਰਿਓ, ਐਵੇਂ ਨਾ ਕਿ ਇਹ ਫਲਾਣਾ ਬੰਦਾ ਜੀ, ਆ ਫਲਾਣਾ, ਇਸ ਤਰ੍ਹਾਂ ਨਹੀਂ। परमात्मा ने अपनी गल हर वक्त किसे ना किसे तो करा ही लैनी है। मैं बेनती कर लगा, अपना बिरद पछाण। मैं तां कहा ना भी चाहे कीर्तनियां चाहे प्रचारक च असीं कोई भी हाँ, एवें मक्खी ना बनीए कि साडे करके संगतां ने। ये गल चेते रखियो, संगत करके असीं हाँ, इस भुलेखे नूं कढ दईए। साडे करके भीड़ां ने नहीं, गुरमुखो इस संगत की भीड़ करके सानूं नवाजिया जांदा है। ये संगत की गरीब नवाजी है। कीर्तनीय ने दोनों, चलो रुस गए, समा आया, समा ही हुंदा है। पर एक गल बड़ी स्पष्ट जे, जिन्ना मर्जी बंदा रुस जाए, कई जन्म गुरु तो दूर चला जाए, मेरे गुरु नानक दा बिरद रुलन फिर भी नहीं देंदा। जिहड़ा ओहदा अपना उन्हें रुलन थोड़ा देना। वापस आ गए जी भाई लद्दा जी, वापस लैके आ गए लाहौर तो, अपने आप को नशर करके लिया। मुख ते कालक सी, गधे ते बैठे आए, पाटे पुराने कपड़े, गल च उन्होंने लितरां दा हार। चलो साडे ते छित्तर कहंदे आ, असीं बजुर्ग सारे लितर शब्द ही वरतदे सन। ये अत दी निमरता है भाई साहब दी। इस इन्हां साखियां नूं सुणाउण लग्गियां गुरेज ना करिए भी की शब्द बनणगे। आ गया जी दीवान सज्जा अगे ढोल वज्जा आवे। जदों ढोल दी आवाज़ हजूर तक गई, कहन लगे दीवान सज्जा है, ढोल कौन बजा रहा है? बाहर निकले जी महाराज भाई लद्दा जी आए आ। हजूर कहंदे ने भाई लद्दा जी आए ढोल बजांदे। सच्चे पातशाह जी सत्ता ते बलवंड भी नाल आए आ, भाई सत्ता बलवंड जी नाल आए आ। चलो मैं अदबली शब्दावली वरतन लगा। महाराज जी ने क्या उन्होंने पता नहीं भाई लद्दा साहब जी नूं ਜਿਹੜੀ गुस्ताखी गलती इन्हां कीती, इन्हां नूं नशर किया जाएगा। नशर करांगे जेड़ा इन्हां नूं लैके आएगा। दसन वाला बैराग च आके रो पिया, महाराज जी भाई लद्दा जी तो लाहौर तो अपने आप नूं नशर करके आए। गुरु अर्जन देव जी बाहर आ गए जी। हुण मेरी बेनती सुनो, गमरी गणत ना गणियां काई, अपना बिरद पछाण। महाराज जी ने देखा भाई लद्दा जी बैठे हथ जोड़े, पिछे दोनों भरा ने। हजूर सच्चे पातशाह जी ने चुप तोड़ दिया कि आ भाई लद्दा जी ने तुहानूं पता है इन्हां गलती किहड़ी कीती, तुसीं किवें आए? साडे एक टीकाकार ने लिखिया है शब्दावली बड़ी कमाल दी। कहन लगे सतगुरु जी, भाई लद्दा साहब बोलते हैं सतगुरु जी तुहाडे दर तो फिटकिया होयां दा फिटकिया होया वकील बन के आया हाँ। आ शब्दावली तुसीं सुनो, तेरे दर तो फिटकिया होया दा फिटकिया होया वकील बन के आया। हजूर कहने पता नहीं ना गुनाह की कीता। अगली गल हाथ जोड़ के कहने सतगुरु इन्हां दे गुनाह ना देखो, तुसी अपना बिरद देखो बख्शण वाला। मैं एक बेनती करा, जदों कहना अपना बिरद देखो, सच्ची मुच्ची गुरु मां है, धक्के नहीं मारदा। महाराज जी ने भाई लद्दा जी नूं अपने सीने न ला लिया। मैं आप नूं बेनती फिर कर लगा, गुरु अर्जुन साहब कहते ने उसका मुढ़ कदीमा सुभाअ है वे। वो लेखे नहीं करता, वो गिणतियां मिणतियां नहीं करता। सच्ची मुच्ची वो बख्श दिंदा। जो पहले बचन सन खंबरी गणत ना गणियां काई। असी किन्नियां गलतियां कीतियां, किन्ने गुनाह कीते, कोई नहीं उन्हें चेता किया। अपना बिरद पछाण, अपने बिरद नूं उन्हें संभालिया, अपने बिरद की पहचान रखी। इत्थे एक होर बेनती देखो, जिथे मैं माँ बाप दियां उदाहरणां बाणी चों लईआं, माँ बाप दा बिरद कहे
ਇੱਥੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਆਉਂਦਾ, ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਮਹਾਰਾਜ ਜੀ ਦੇ ਬਚਨ ਨੇ, ਇਹ ਵੀ ਬਿਰਧ ਹੈ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਹੁਣ ਖਸਮਾਨਾ ਦਾ ਭਾਵ ਕੀ ਹੈ ਕਿ ਪ੍ਰਮਾਤਮਾ ਜੀ ਅਸੀਂ ਬੁਰੇ ਹਾਂ, ਅਸੀਂ ਚੰਗੇ ਹਾਂ, ਅਸੀਂ ਮੰਦੇ ਹਾਂ, ਹਾਂ ਤੇਰੇ, ਪਰ ਖਸਮਾਨਾ ਕਰ ਪਿਆਰੇ। ਜਿਵੇਂ ਇੱਕ ਖਸਮ ਆਪਣੀ ਚੀਜ਼ ਨੂੰ ਲੁੱਟਣ ਨਹੀਂ ਦਿੰਦਾ, ਖਤਮ ਨਹੀਂ ਹੋਣ ਦਿੰਦਾ, ਖਸਮ ਆਪਣੇ ਡੰਗਰ ਦੀ, ਆਪਣੇ ਸਮਾਨ ਦੀ ਰਾਖੀ ਕਰਦਾ ਹੈ। ਤੂੰ ਕਿਰਪਾ ਕਰੀ ਸਾਡੇ ਗੁਣ ਔਗਣ ਨਾ ਦੇਖੀ, ਤੂੰ ਆਪਣੇ ਖਸਮ ਪੁਣੇ ਦੀ ਲਾਜ ਰੱਖ। ਫਿਰ ਬੇਨਤੀ ਸੁਣਿਓ, ਤੂੰ ਆਪਣੇ ਬਿਰਧ ਦੀ ਲਾਜ ਰੱਖ, ਤੂੰ ਸਾਡਾ ਮਾਲਕ ਹੈ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਇੱਕ ਬਚਨ ਹੋਰ ਹੈ, ਭਗਤਹੀਣ ਨਾਨਕ ਜੇ ਹੋਏਗਾ। ਆਪਣਾ ਬਿਰਧ ਪਛਾਣ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਪ੍ਰਮਾਤਮਾ ਮੈਂ ਭਗਤੀ ਤੋਂ ਹੀਣਾ ਵਾਂ, ਪਰ ਮੇਰੇ ਗੁਰੂ ਨਾਨਕ ਸਾਹਿਬ ਜੀ ਖਸਮ ਤੇ ਤੁਸੀਂ ਹੋ ਨਾ, ਸਾਡੇ ਗੁਰੂ ਤਾਂ ਤੁਸੀਂ ਹੋ, ਇਸ਼ਟ ਸਾਡੇ ਹੋ। ਇਹਦਾ ਮਤਲਬ ਇਹ ਹੈ ਕਿ ਇਹ ਵੀ ਇੱਕ ਰੱਬ ਦੀ ਬਖਸ਼ਿਸ਼ ਹੈ ਬਾਣੀ 'ਚ, ਕਿ ਰੱਬ ਜੀ ਨੂੰ ਕਹਿਣਾ ਵੀ ਤੁਸੀਂ ਆਪਣੇ ਖਸਮ ਪੁਣੇ ਦੀ ਲਾਜ ਰੱਖਿਓ, ਸਾਡੇ ਵੱਲ ਨਾ ਵੇਖਿਓ। ਆਪਣੇ ਕਰਮਾਂ ਕਰਕੇ ਅਸੀਂ ਡੁੱਬੇ ਹੀ ਡੁੱਬੇ ਆ, ਸਾਡੇ ਕਰਮਾਂ ਕਰਕੇ ਨਰਕ 'ਚ ਵੀ ਥਾਂ ਨਹੀਂ। ਹਜ਼ੂਰ ਕਹਿੰਦੇ ਨੇ ਪ੍ਰਮਾਤਮਾ ਨੇ ਸਾਡੇ ਹਿਸਾਬ ਕਿਤਾਬ ਲੇਖਾ ਜੋਖਾ ਕੋਈ ਨਾ ਕੀਤਾ, ਉਹਨੇ ਆਪਣੇ ਬਿਰਧ ਬਾਣੇ ਦੀ ਲਾਜ ਰੱਖੀ। ਖਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾਥ ਦੇ। ਉਹਨੇ ਖੱਤ ਦੇ ਕੇ ਸਾਨੂੰ ਆਪਣੇ ਬਣਾ ਲਿਆ, ਤੇ ਆਪਣੇ ਬਣਾ ਕੇ ਸਾਨੂੰ ਨਾਮ ਦੀ ਰਹਿਮਤ ਦਿੱਤੀ। ਸਦੀਵ ਕਾਲ ਲਈ ਨਾਮ ਦਾ ਰੰਗ ਅਸੀਂ ਮਾਣ ਰਹੇ ਹਾਂ। ਸਾਚਾ ਸਾਹਿਬ ਸਦ ਮਿਹਰਬਾਨ, ਸਾਚਾ ਸਾਹਿਬ ਸਦ ਮਿਹਰਬਾਨ। ਹੁਣ ਇਹ ਰਹਾਉ ਦੀਆਂ ਤੁਕਾਂ ਜਿਹੜੇ ਪਹਿਲੇ ਬਚਨ ਕਹੇ ਉਹਦੀ ਵਿਆਖਿਆ ਵੀ ਇਹਦੇ ਵਿੱਚ, ਜਾਂ ਰਹਾਉ ਦੀ ਸ਼ਬਦ ਕਹਾਂ ਵਿਆਖਿਆ ਪਹਿਲੀਆਂ ਤੁਕਾਂ ਨੇ। ਸਾਚਾ ਸਾਹਿਬ ਲਫ਼ਜ਼ੀ ਅਰਥ ਸਾਚਾ ਆਪਾਂ ਸਾਰੇ ਸਮਝਦੇ ਸੱਚਾ। ਸਾਹਿਬ ਲਫ਼ਜ਼ ਜਿਹੜਾ ਪਰਸ਼ੀਅਨ ਦਾ ਹੈ, ਫਾਰਸੀ ਦਾ ਹੈ, ਇਹਦਾ ਲਫ਼ਜ਼ੀ ਅਰਥ ਵੀ ਖਸਮ ਤੇ ਮਾਲਕ ਹੈ। ਮਿਹਰਬਾਨ ਸਦ ਦਾ ਅਰਥ ਹੈ ਸਦੀਵ ਕਾਲ ਲਈ। ਇਹ ਨਹੀਂ ਕਿ ਅੱਜ ਹੀ ਮਿਹਰਬਾਨ ਹੈ, ਕੱਲ ਨੂੰ ਇਹਦਾ ਬੂਹਾ ਬੰਦ ਹੋ ਜਾਣਾ, ਇੰਨੇ ਮਹੀਨੇ ਲਈ ਬੂਹਾ ਖੁੱਲਣਾ ਨਹੀਂ। ਗੁਰਮੁਖੋ ਸਦ ਮਿਹਰਬਾਨ, ਮੇਰਾ ਸੱਚਾ ਵੈਗੁਰੂ ਮੇਰਾ ਮਾਲਕ ਸਦੀਵ ਕਾਲ ਵਾਸਤੇ ਹੀ ਦਿਆਲੂ ਹੈ, ਉਹ ਮਿਹਰਬਾਨ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਮਿਹਰ ਹੀ ਕਰਦਾ ਪਿਆਰਿਓ। ਉਹ ਕਦੀ ਉਹਦਾ ਮਿਹਰ ਦਾ ਦਰਵਾਜ਼ਾ ਬੰਦ ਹੀ ਨਹੀਂ ਹੋਇਆ। ਉਂਝ ਵੈਸੇ ਭਾਵੇਂ ਸਾਡੇ ਵੀ ਇੱਕ ਲੋਕ ਕਹਿੰਦੇ ਆ ਨਾ ਜੀ, ਉਹ ਰੱਬ ਦੇ ਘਰ ਵਿੱਚ ਦੇਰ ਹੈਗੀ ਜੇ ਅੰਧੇਰ ਕੋਈ ਨਹੀਂ ਜੇ। ਜਦੋਂ ਇਹ ਕਹਿਣਾ ਉਹ ਦੇਰ ਹੈਗੀ ਅੰਧੇਰ ਕੋਈ ਨਹੀਂ, ਮੈਂ ਕਹਿੰਦਾ ਵੀ ਸ਼ਬਦ ਢੁਕਦਾ ਨਹੀਂ ਪਿਆ। ਇਹ ਸਭ ਕੁਝ ਆਪਣੇ ਵੱਲੋਂ ਹੀ ਹੈ। ਦੇਰ ਵੀ ਸਾਡੇ ਵੱਲੋਂ ਹੈ, ਅੰਧੇਰ ਵੀ ਸਾਡੇ ਵੱਲੋਂ ਹੈ। ਗੁਰਮੁਖੋ ਨਾ ਉਹਦੇ ਵੱਲੋਂ ਕੋਈ ਦੇਰ ਹੈ ਤੇ ਨਾ ਕੋਈ ਉਹਦੇ ਵੱਲੋਂ ਅੰਧੇਰ ਹੈ। ਉਹ ਸਮਰੱਥ ਹੈ, ਸੱਚਾ ਪ੍ਰਮਾਤਮਾ ਮਿਹਰਬਾਨ ਹੈ, ਤੇ ਉਹਦੀ ਮਿਹਰਬਾਨਤਾ ਇੱਕ ਦੋ ਦਿਨ ਨਹੀਂ ਸਦਾ ਲਈ। ਸਦ ਮਿਹਰਬਾਨ, ਉਹ ਸਦਾ ਕਿਰਪਾ ਕਰਦਾ ਹੈ। ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਬੰਦ ਦਾ ਅਰਥ ਹੈ ਬੰਨ ਲਾ ਦੇਣਾ, ਰੋਕ ਦੇਣਾ। ਮਹਾਰਾਜ ਕਹਿੰਦੇ ਨੇ ਆ ਵੀ ਉਹਦਾ ਬਿਰਧ ਹੈ, ਮੇਰੇ ਪੂਰੇ ਸਤਿਗੁਰੂ ਨੇ। ਜਿਹੜੇ ਪਾਪ, ਜਿਹੜੇ ਗੁਨਾਹ, ਜਿਹੜੇ ਕੁਕਰਮ ਮੇਰੇ ਮਨ ਵਿੱਚ ਪ੍ਰਵੇਸ਼ ਫੁਰਨੇ ਰੂਪ ਚ ਹੁੰਦੇ ਸਨ, ਤੇ ਤਨ ਉਹ ਪਾਪ ਕਰਮ ਰੂਪ ਕਰਦਾ ਸੀ, ਮੇਰੇ ਗੁਰੂ ਨੇ ਬੰਨ ਹੀ ਮਾਰ ਦਿੱਤਾ, ਬੂਹਾ ਹੀ ਬੰਦ ਕਰ ਦਿੱਤਾ, ਅੰਦਰ ਫੁਰਨੀ ਕੋਈ ਨਹੀਂ ਪੈਦੇ ਹੁੰਦੇ। ਇਹ ਮਿਹਰਬਾਨਤਾ ਹੈ ਜੀ। ਬੰਦ ਪਾਇਆ, ਰੋਕ ਦਿੱਤਾ। ਜਿਹਨੂੰ ਆ ਪੜ੍ਹਦੇ ਹੋ, ਪਰਮੇਸ਼ਰ ਦਿੱਤਾ ਬੰਨਾ, ਬੰਨ ਮਾਰ ਦਿੱਤਾ ਜੀ। ਦੁੱਖ ਰੋਗ ਕਾ ਡੇਰਾ ਭੰਨਾ, ਭੰਨ ਦਿੱਤੇ ਉਹਨੇ ਦੁੱਖਾਂ ਦੇ ਡੇਰੇ। ਇੱਥੇ ਹਜ਼ੂਰ ਕਹਿੰਦੇ ਨੇ ਮਿਹਰਬਾਨ ਮੇਰਾ ਪ੍ਰਮਾਤਮਾ ਮਿਹਰਬਾਨ ਹੈ, ਸਾਚਾ ਸਾਹਿਬ ਮੇਰਾ ਮਿਹਰਬਾਨ ਹੈ। ਤੇ ਨਾਲ ਸ਼ਬਦ ਕਹਿ ਰਹੇ ਨੇ ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਅੱਗੇ ਫਿਰ ਗੁਰੂ ਸਾਹਿਬ ਕਹਿੰਦੇ ਹੋਰ ਕੀ ਬਖਸ਼ਿਸ਼ ਹੋਈ, ਹੋਈ ਸਰਬ ਕਲਿਆਣ। ਸਰਬ ਕਲਿਆਣ ਹੋਈ, ਸਰਬ ਕਲਿਆਣ। ਹੁਣ ਸਾਰੇ ਸੁੱਖਾਂ ਦੀ ਦਾਤ ਸਾਨੂੰ ਮਿਲ ਗਈ। ਇਹਦੇ ਅਰਥ ਇਉਂ ਕਰੀਏ ਕਿ ਪ੍ਰਮਾਤਮਾ ਸਦੀਵ ਕਾਲ ਲਈ ਮਿਹਰਬਾਨ ਹੈ, ਉਹਨੇ ਸਾਰੇ ਸੁੱਖ ਸਾਨੂੰ ਦਿੱਤੇ, ਉਹਦਾ ਬਿਰਧ ਹੈ। ਇੱਥੇ ਥੋੜੀ ਜਿਹੀ ਇੱਕ ਹੋਰ ਅਰਜ਼,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਪ੍ਰਮਾਤਮਾ ਦੀ ਮਿਹਰਬਾਨ ਤਾਂ ਸਾਰੀ ਬਾਣੀ ਕਹਿੰਦੀ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਅਸੀਂ ਸ਼ਬਦ ਪੜ੍ਹਨੇ ਆ ਜੀ, ਉਹ ਦਿਆਲੂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ, ਅਸੀਂ ਸਾਰੇ ਉਹਦਾ ਜ਼ਿਕਰ ਕਰਨੇ ਆ। ਤੇ ਇਹ ਉਹ ਚਿੱਠੀ ਹੈ ਜਿਨੇ ਸੱਚੀ ਮੁੱਚੀ ਔਰੰਗਜ਼ੇਬ ਦੇ ਅੰਦਰ ਨੂੰ ਖਲਾ ਕੇ ਰੱਖ ਦਿੱਤਾ। ਉਸ ਚਿੱਠੀ ਨੇ ਇਹਦੀ ਆਤਮਾ ਨੂੰ ਝੰਜੋੜ ਦਿੱਤਾ। ਪਰ ਉਸ ਦੇ ਵਿੱਚ ਦਾਸਤਾਨ ਤੋਂ ਪਹਿਲਾਂ ਜਿਹੜੇ ਗੁਰਦੇਵ ਨੇ ਸ਼ੇਰ ਦਿੱਤੇ ਨੇ, ਉਹਨਾਂ ਵਿੱਚੋਂ ਮੈਂ 2-3 ਅਰਜ਼ ਕਰਨੇ ਨੇ। ਉਹਦਾ ਬਿਰਦ, ਉਹ ਮਿਹਰਬਾਨ ਕਿਵੇਂ ਦਿਆਲੂ ਹੈ, ਸਾਚਾ ਸਾਹਿਬ ਸਦ ਮਿਹਰਬਾਨ। ਕਿਉਂਕਿ ਜ਼ਫਰਨਾਮੇ ਵਿੱਚ ਮਹਾਰਾਜ ਜੀ ਨੇ ਜਿਹੜੀ ਪਰਸ਼ੀਅਨ ਵਰਤੀ ਹੈ, ਤੇ ਦੇਖੋ ਇੱਥੋਂ ਤੱਕ ਕਿ 80 ਨੰਬਰ ਸ਼ੇਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਉਹ ਹੈ ਚੇ ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ। ਔਰੰਗਜ਼ੇਬ ਨੂੰ ਚਿੱਠੀ ਲਿਖ ਰਿਹਾ, ਚੇ ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ, ਸ਼ਤਾਬੀ ਬਵਦ ਕਾਰੇ ਆਹਰ ਮਨਾ। ਹਜ਼ੂਰ ਕਹਿੰਦੇ ਨੇ ਔਰੰਗਜ਼ੇਬ ਫਰਦੋਸੀ ਸੋਹਣੇ ਬੋਲਾਂ ਵਾਲੇ ਨੇ, ਕਿੰਨੇ ਸੋਹਣੇ ਬੋਲ ਕਹੇ ਆ। ਸ਼ਤਾਬੀ ਬਵਦ ਕਾਰੇ ਆਹਰ ਮਨਾ, ਕਿ ਕਾਲੀ ਕਰਨਾ ਸ਼ੈਤਾਨ ਦਾ ਕੰਮ ਹੁੰਦਾ ਹੈ। ਹੁਣ ਜਦੋਂ ਇਹ ਸ਼ੇਰ ਅਸੀਂ ਪੜ੍ਹਨੇ ਆ ਫਿਰਦੌਸੀ ਦਾ, ਤੇ ਆਪ ਜਿਹੜੇ ਜਾਣਕਾਰ ਹੋ ਉਹਨਾਂ ਨੂੰ ਪਤਾ ਹੈ, ਘਰਾਂ 'ਚ ਸੁਣਦੇ। ਫਿਰਦੌਸੀ ਨੇ ਸ਼ਾਹਨਾਮਾ ਲਿਖਿਆ ਸੀ, 60,000 ਉਹਦਾ ਸ਼ੇਰ ਹੈ। ਇਹਦਾ ਮਤਲਬ 60,000 ਸ਼ੇਰ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ ਵਿੱਚੋਂ ਨਿਕਲਿਆ। ਉਸ ਕਿਤਾਬ ਦਾ ਹਵਾਲਾ ਦਿੰਦੇ ਆ, ਗ੍ਰੰਥ ਦਾ। ਚੇ ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ, ਸ਼ਤਾਬੀ ਬਵਦ ਕਾਰੇ ਆਹਰ ਮਨਾ। ਪਹਿਲਾ ਸ਼ੇਰ ਹੈ ਰੱਬ ਦੀ ਮਿਹਰਬਾਨਤਾ ਦਾ, ਜ਼ਫਰਨਾਮੇ ਦਾ। ਕਮਾਲੇ ਕਰਾਮਾਤ ਖਾਇਮ ਕਰੀਮ, ਰਿਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਸਾਚਾ ਸਾਹਿਬ ਸਦ ਮਿਹਰਬਾਨ। ਚਿੱਠੀ ਬਾਦਸ਼ਾਹ ਨੂੰ ਲਿਖਦੇ ਆ, ਤੇ ਪਹਿਲੇ ਸ਼ੇਰ ਵਿੱਚ ਪਰਮਾਤਮਾ ਦੀ ਸਿਫਤ ਕਰ ਰਹੇ ਆ। ਕਮਾਲੇ ਕਰਾਮਾਤ ਖਾਇਮ ਕਰੀਮ, ਤੇਰੀਆਂ ਅਲੋਕਿਕ ਸ਼ਕਤੀਆਂ ਦਾ ਤੂੰ ਸ਼ਿਕਰ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਕਿਰਪਾ ਕਰਨਾ। ਔਰੰਗਜ਼ੇਬ ਨੂੰ, ਰੱਬ ਨੂੰ ਕਹਿ ਰਹੇ ਨੇ, ਕਮਾਲ ਕਰਾਮਾਤ ਕਾਇਮ ਕਰੀਮ, ਰਿਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਤੁਸੀਂ ਖੁਸ਼ੀਆਂ ਦਿੰਦੇ ਹੋ, ਰੋਜ਼ੀ ਦਿੰਦੇ ਹੋ। ਪਰਮਾਤਮਾ ਤੂੰ ਬੰਦ ਖਲਾਸੀ ਕਰਾਨਾ, ਤੇਰਾ ਬਿਰਦ ਹੈ। ਅਗਲਾ ਸ਼ੇਰ ਹੈ ਜ਼ਫਰਨਾਮੇ ਦਾ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ। ਤੂੰ ਸ਼ਰਨ ਪਿਆਂ ਦੀ ਲਾਜ ਰੱਖਣਾ, ਸ਼ਰਨ ਵਿੱਚ ਰੱਖਣ ਵਾਲਾ ਹੈ। ਤੂੰ ਡਿੱਗਿਆ ਹੋਇਆਂ ਦੀ ਬਾਹ ਪਕੜਨ ਵਾਲਾ ਹੈ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਤੂੰ ਗੁਨਾਹ ਬਖਸ਼ ਦੇਣਾ, ਤੇਰਾ ਬਿਰਦ ਹੈ ਵਾਹਿਗੁਰੂ ਜੀ। ਖਤਾ ਬਖਸ਼, ਰੋਜ਼ੀ ਦੇਖੋ ਤੂੰ ਰਿਜ਼ਕ ਦੇਣਾ। ਦਿਲ ਪਜ਼ੀਰ, ਪਜ਼ੀਰ ਦਾ ਅਰਥ ਹੈ ਮੁਹੱਬਤ ਕਰਨ ਵਾਲਾ, ਪਿਆਰ ਕਰਨ ਵਾਲਾ। ਪਰਮਾਤਮਾ ਰੱਬ ਜੀ, ਅੱਲਾ ਜੀ, ਕਿ ਤੂੰ ਕਿਸੇ ਨਾਲ ਦਵੈਸ਼ ਨਹੀਂ ਕਰਦਾ, ਦਿਲੋਂ ਤੂੰ ਸਭ ਨੂੰ ਪਿਆਰ ਹੀ ਕਰਨਾ ਹੈ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਮਿਹਰਬਾਨ ਹੈ, ਸਦੀਵ ਕਾਲੀ ਹੈ। ਮਹਾਰਾਜ ਕਹਿੰਦੇ ਪੂਰੇ ਗੁਰੂ ਨੇ ਬੰਨ ਮਾਰ ਦਿੱਤਾ, ਹੁਣ ਸਾਰੇ ਸੁੱਖ ਸਾਨੂੰ ਪ੍ਰਾਪਤ ਹੋਏ ਹਨ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਉਸ ਮਿਹਰਬਾਨ ਨੇ ਇੱਕ ਹੋਰ ਸਾਡੇ ਤੇ ਕਿਰਪਾ ਕੀਤੀ, ਜੀਉ ਪਾਏ ਪਿੰਡ ਜਿਨ ਸਾਜਿਆ। ਅਸੀਂ ਜਿੰਨੇ ਬੈਠੇ ਆ ਪਿੰਡ ਧਾਰੀ ਬੈਠੇ ਆ ਨਾ, ਸਰੀਰ ਨੇ ਸਾਡੇ, ਪਰ ਇਹ ਸਰੀਰ ਤਾਂ ਨੇ ਜੇ ਜੀਓ ਏ। ਜੇ ਜੀਓ ਕੋਈ ਨਹੀਂ ਤੇ ਇਹ ਢਾਂਚੇ ਹੁਣੇ ਚੁੱਕ ਕੇ ਬਾਹਰ ਮਾਰਨਾ ਸਾ ਲੱਕੜਾਂ ਵਿੱਚ। ਕਿਉਂਕਿ ਜੀਓ ਕਰਕੇ ਨਾ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਇਹ ਖਿੰਨ ਲੱਗਣਾ, ਮਿੱਟੀ 'ਚ ਹੋ ਜਾਣਾ ਮਿੱਟੀ। ਪਰ ਇਹ ਜੀਓ ਕਿੰਨੇ ਪਾਇਆ? ਇਸ ਪਿੰਡ ਵਿੱਚ ਜੀਓ ਉਸ ਪਰਮਾਤਮਾ ਨੇ ਪਾਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਜਿੰਦ ਪਾ ਕੇ ਸ਼ਰੀਰ ਰੂਪੀ ਪਿੰਡ ਪਰਮਾਤਮਾ ਨੇ ਸਾਜ ਦਿੱਤਾ ਹੈ। ਦਿੱਤਾ ਪਹਿਨਣ ਖਾਣ, ਫਿਰ ਪਾਣ ਵਾਸਤੇ ਉਹਨੇ ਬਸਤਰ ਦਿੱਤੇ, ਸਾਨੂੰ ਕੱਪੜੇ ਦਿੱਤੇ, ਤੇ ਖਾਣ ਵਾਸਤੇ ਮਿਹਰਬਾਨ ਨੇ ਭੋਜਨ ਦੇ ਦਿੱਤਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਖਾਣ ਪਾਣ ਵਾਸਤੇ ਸਾਨੂੰ ਬਸਤਰ ਤੇ ਰਿਜ਼ਕ ਦਿੱਤਾ ਹੈ। ਤੇ ਸੱਚ ਜੀ ਉਹਨੇ ਇਹਦੇ ਵਿੱਚ ਜੀਓ ਵਿੱਚ ਪਿੰਡ ਤੇ ਪਿੰਡ ਵਿੱਚ ਜੀਓ ਵੇ ਜੀ। ਹੋਰ ਜੇ ਵੇਖੀਏ ਤਾਂ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਲੱਕੜ ਘੜੀ ਸੁਣੀ ਦੀ ਏ ਵੀ ਫਲਾਣਾ ਬੰਦਾ ਲੱਕੜ ਘੜ ਰਿਹਾ, ਫਲਾਣਾ ਬੰਦਾ ਪੱਥਰ ਘੜ ਰਿਹਾ। ਅੱਜ ਤੱਕ ਕਦੀ ਕਿਸੇ ਨੂੰ ਪਾਣੀ ਘੜਦਿਆਂ ਸੁਣਿਆ?
ਪਾਣੀ ਕਦੀ ਘੜਿਆ ਜਾਂਦਾ? ਪੱਥਰ ਲੱਕੜਾਂ ਹੀ ਘੜੀਆਂ ਜਾਂਦੀਆਂ ਨੇ, ਤਰਾਸ਼ੀਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਤੂੰ ਸੋਹਣਾ ਰੂਪ ਲੈ ਕੇ ਬੈਠਾ, ਰੱਬ ਨੇ ਪਾਣੀ ਨੂੰ ਘੜ ਕੇ ਤੈਨੂੰ ਬਣਾਇਆ ਹੈ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਉਰਾ ਕਰਿਆ। ਆ ਪ੍ਰਮਾਤਮਾ ਨੇ ਪਾਣੀ ਚੋਂ ਘੜ ਕੇ ਤੈਨੂੰ ਬਣਾਇਆ। ਜਿਉ ਪਾਏ ਪਿੰਡ ਜਿਨ ਸਾਜਿਆ, ਜਿਉ ਵਿੱਚ ਪਿੰਡ ਹੈ ਤੇ ਪਿੰਡ ਵਿੱਚ ਜਿਉ ਹੈ, ਤੇ ਜਿੱਦਣ ਜਿਉ ਵਿੱਚੋਂ ਨਿਕਲ ਗਿਆ ਪਿੰਡ ਦੀ ਕੀ ਕੀਮਤ ਹੈ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਖਾਣ ਪਾਣ ਨੂੰ ਬਖਸ਼ਿਸ਼ ਕੀਤੀ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ। ਫਿਰ ਮਹਾਰਾਜ ਅਖੀਰ ਤੇ ਕਹਿੰਦੇ ਨੇ ਉਹਦਾ ਬਿਰਧ, ਆਪਣੇ ਦਾਸ ਕੀ ਆਪ ਪੈਜ ਰਾਖੀ। ਹੇ ਵਾਹਿਗੁਰੂ, ਆਪਣੇ ਸੇਵਕ ਦੀ ਤੂੰ ਆਪ ਪੱਤ ਰੱਖ ਲੈ। ਸੱਚੀ ਤੂੰ ਪਰਦੇ ਢੱਕ ਲੈ। ਲੋਕੀ ਬਹੁਤ ਪਰਦੇ ਲਾਣ ਵਾਲੇ ਸਨ, ਬੜੇ ਪੱਤ ਨੂੰ ਮਿੱਟੀ ਚ ਰੋਲਣ ਵਾਲੇ ਸਨ। ਤੂੰ ਆਪਣਾ ਬਿਰਧ ਪਛਾਣਿਆ, ਤੂੰ ਮੇਰੇ ਔਗਣਾ ਉੱਤੇ ਚਾਦਰ ਪਾ ਕੇ ਮੈਨੂੰ ਢੱਕ ਲਿਆ। ਮਾਲਕ ਸਾਚਾ ਤੂੰ ਸਾਹਿਬ ਹੈ ਤੇ ਤੂੰ ਬਖਸ਼ਿਸ਼ ਕੀਤੀ। ਆਪਣੇ ਦਾਸ ਦੀ ਤੁਸੀਂ ਪੈਜ ਰੱਖ ਲਈ ਹੈ। ਨਾਨਕ ਸਦ ਕੁਰਬਾਨ। ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ, ਪਰਮੇਸ਼ਵਰ ਜੀ ਅਸੀਂ ਆਪ ਜੀ ਤੋਂ ਸਦੀਵ ਕਾਲ ਲਈ ਕੁਰਬਾਨ ਜਾਣੇ ਆ, ਬਲਹਾਰ ਜਾਣੇ ਆ, ਵਾਰ ਨਹੀਂ ਜਾਣੇ ਆ। ਗੁਰਮੁਖੋ, ਅੱਜ ਦੇ ਸਾਰੇ ਸ਼ਬਦ ਦਾ ਤਤ ਭਾਵ ਇਹੀ ਜੇ ਕਿ ਸਾਚਾ ਸਾਹਿਬ ਸਦ ਮਿਹਰਬਾਨ। ਉਹਦਾ ਬਿਰਦ ਈਰਖਾਲੂ ਨਹੀਂ, ਉਹਦਾ ਸੁਭਾਅ ਦਵੈਸ਼ ਵਾਲਾ ਨਹੀਂ। ਤੇ ਜੇ ਉਹੀ ਵੈਰ ਕਮਾਨ ਲੱਗ ਪਿਆ ਤੇ ਨਿਰਵੈਰ ਕਿਹਨੂੰ ਆਪਾਂ ਕਹਾਂਗੇ? ਉਹ ਵੈਰ ਨਹੀਂ ਕਦੀ ਕਮਾਂਦਾ ਹੁੰਦਾ, ਉਹਦਾ ਸੁਭਾਅ ਪ੍ਰੇਮ ਹੈ। ਆਪਾਂ ਵੀ ਅਰਦਾਸ ਕਰੀਏ, ਦਾਤਾ ਸਾਡੇ ਔਗਣਾ ਤੇ ਪਰਦੇ ਪਾ ਲੈ, ਆਪਣੇ ਬਿਰਦ ਬਾਣੀ ਦੀ ਲਾਜ ਰੱਖੀ। ਆਓ ਇਸ ਅੰਮ੍ਰਿਤ ਬਚਨ ਦੀਆਂ ਅਖੀਰਲੀਆਂ ਤੁਕਾਂ ਦਾ ਪਾਠ ਸਰਵਣ ਕਰੀਏ ਜੀ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।